पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ जी। वाहिगुरू जी का खालसा वाहिगुरू जी की फतेह। किताब 1984 अणचितव्या कहर भाग 11वां पन्ना नंबर 178। राजसी खला ਅਤੇ ਟਕਰਾਅ ਦੀ सूरत। दरबार साहिब उत्ते हमले ਦੇ तुरंत बाद सिख कौम ਦੀ राजसी ਤੇ मनोविग्यानक दशा ਨੂੰ ਜੇਕਰ ਇੱਕੋ ਵਾਕ ਵਿੱਚ ਬਿਆਨ ਕਰਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਗੁੱਸੇ ਨਾਲ ਭਰੇ ਪੀਤੇ ਪਏ ਸਨ, ਪਰ ਉਹਨਾਂ ਨੂੰ ਯੋਗ ਅਗਵਾਈ ਦੇਣ ਵਾਲਾ ਕੋਈ ਨਹੀਂ ਸੀ ਰਿਹਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦ ਹੋ ਗਏ ਸਨ। ਉਹਨਾਂ ਦੇ ਸਮਰਥਕਾਂ ਸੇਵਕਾਂ 'ਚੋਂ ਉਹਨਾਂ ਦੀ ਜਗ੍ਹਾ ਲੈਣ ਵਾਲਾ ਕੋਈ ਨਹੀਂ ਸੀ ਰਿਹਾ। ਜਿਸਮਾਨੀ ਅਰਥਾਂ ਵਿੱਚ ਲਿਆ ਜੁਝਾਰੂ ਕੈਂਪ ਦਾ ਇੱਕ ਵਾਰ ਤਾਂ ਲਗਭਗ ਸਫਾਇਆ ਹੋ ਗਿਆ ਸੀ। ਮੁੱਖ ਲੜਾਕੂ ਫੋਰਸ ਹਮਲੇ ਦੌਰਾਨ ਭਾਰਤੀ ਫੌਜ ਨਾਲ ਲੜਦੀ ਹੋਈ ਸ਼ਹੀਦ ਹੋ ਗਈ ਸੀ। ਜੋ ਬਚ ਗਏ ਸਨ ਉਹ ਜਾਂ ਗ੍ਰਿਫਤਾਰ ਕਰ ਲਏ ਗਏ ਸਨ ਅਤੇ ਜਾਂ ਹਕੂਮਤੀ ਜ਼ੁਲਮਾਂ ਦੇ ਝੱਖੜ ਤੋਂ ਆਪਣਾ ਬਚਾਓ ਕਰਨ ਲਈ ਇੱਧਰ ਉੱਧਰ ਨਿਕਲ ਗਏ ਸਨ। ਦੂਜੇ ਪਾਸੇ ਅਕਾਲੀ ਖੇਮੇ ਦੀ ਹਾਲਤ ਇਸ ਨਾਲੋਂ ਵੀ ਬਦਤਰ ਹੋ ਗਈ ਸੀ। ਪਹਿਲੀ ਪਾਲ ਦੀ ਅਕਾਲੀ ਲੀਡਰਸ਼ਿਪ ਜੇਲ੍ਹਾਂ ਵਿੱਚ ਬੰਦ ਹੋ ਗਈ ਜਾਂ ਕਰ ਦਿੱਤੀ ਗਈ ਸੀ। ਅਕਾਲੀ ਲੀਡਰਸ਼ਿਪ ਬਾਹਰ ਵੀ ਹੁੰਦੀ, ਫਿਰ ਵੀ ਉਸ ਦੀ ਗੁੱਸੇ ਨਾਲ ਭਰੀ ਪੀਤੀ ਕੌਮ ਦੀ ਯੋਗ ਰਾਹਨੁਮਾਈ ਕਰ ਸਕਣ ਦੀ ਰਾਜਨੀਤਿਕ ਹੈਸੀਅਤ ਨਹੀਂ ਸੀ ਰਹੀ। ਧਰਮ ਯੁੱਧ ਮੋਰਚੇ ਦੇ ਸਮੁੱਚੇ ਅਮਲ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਟਾਕਰੇ ਵਿੱਚ ਅਕਾਲੀ ਆਗੂਆਂ ਦੇ ਪੈਰਾਂ ਹੇਠੋਂ ਰਾਜਸੀ ਜ਼ਮੀਨ ਲਗਾਤਾਰ ਖੁੱਸਦੀ ਚਲੀ ਗਈ ਸੀ। ਅਕਾਲੀ ਆਗੂਆਂ ਦੇ ਰਾਜਸੀ ਦ੍ਰਿਸ਼ਟੀਕੋਣ ਦੀਆਂ ਸੀਮਤਾਈਆਂ ਅਤੇ ਉਹਨਾਂ ਦੇ ਨੈਤਿਕ ਕਿਰਦਾਰ ਦੀਆਂ ਵਿਰਲਾਂ ਇਸ ਦੇ ਪ੍ਰਮੁੱਖ ਕਾਰਨ ਸਨ। ਅਕਾਲੀ ਆਗੂ ਮੁੱਖ ਰੂਪ ਵਿੱਚ ਸੌਦੇਬਾਜ਼ੀ ਦੀ ਰਾਜਨੀਤੀ ਕਰ ਰਹੇ ਸਨ, ਜਿਸ ਦਾ ਅਖੀਰੀ ਨਿਸ਼ਾਨਾ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਦੇ ਸਮੁੱਚੇ ਦਾਅਵੇ ਓਵਰਆਲ ਡੋਮੀਨੇਸ਼ਨ ਹੇਠ ਸੱਤਾਂ ਦੀ ਵੰਡ ਵਿੱਚੋਂ ਆਪਣਾ ਨਿਮਾਣਾ ਹਿੱਸਾ ਵੰਡਾਉਣਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਰ-ਪਾਰ ਦੀ ਲੜਾਈ ਲੜ ਰਿਹਾ ਸੀ, ਜਿਸ ਦਾ ਮਨੋਰਥ ਹਿੰਦੂ ਹਾਕਮਾਂ ਦੇ ਦਾਅਵੇ ਹੇਠ ਸੱਤਾ ਵਿੱਚ ਨਿਮਾਣੀ ਤੇ ਨਿਤਾਣੀ ਹਿੱਸੇਦਾਰੀ ਤੋਂ ਅੱਗੇ ਵੱਧ ਕੇ ਸਿੱਖਾਂ ਦੇ ਆਪਣੇ ਘਰ ਪੰਜਾਬ ਵਿੱਚ ਉਹਨਾਂ ਦੀ ਮੁਕੰਮਲ ਸਰਦਾਰੀ ਸਥਾਪਿਤ ਕਰਨਾ ਸੀ। ਕਈ ਸਾਰੇ ਇਤਿਹਾਸਕ ਤੇ ਸਮਕਾਲੀ ਕਾਰਨਾਂ ਦੀ ਵਜ੍ਹਾ ਕਰਕੇ ਸਿੱਖ ਜਨਤਾ ਦਾ ਰੌਂ ਲਗਾਤਾਰ ਅਤੇ ਭਾਰੀ ਤੇਜ਼ੀ ਨਾਲ ਸੰਤ ਜਰਨੈਲ ਸਿੰਘ ਦੇ ਪੱਖ ਵਿੱਚ ਉਲਰਦਾ ਚਲਾ ਗਿਆ ਸੀ। ਆਮ ਸਿੱਖ ਜਨਤਾ ਦੇ ਮਨਾਂ ਅੰਦਰ ਅਕਾਲੀ ਆਗੂਆਂ ਬਾਰੇ ਈਮਾਨ ਦੇ ਕੱਚੇ ਤੇ ਬੁਜ਼ਦਿਲ ਹੋਣ ਦਾ ਨਾ ਪੱਖੀ ਪ੍ਰਭਾਵ ਤਕੜਾ ਜ਼ੋਰ ਫੜ ਗਿਆ ਸੀ। ਦਰਬਾਰ ਸਾਹਿਬ ਉੱਤੇ ਹਮਲੇ ਨਾਲ ਇਹ ਅਮਲ ਆਪਣੇ ਸਿਖਰ ਤੇ ਪਹੁੰਚ ਗਿਆ ਸੀ। ਫਰਕ ਬੜਾ ਉਗੜਵਾਂ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਕਰਨ ਲਈ ਸੂਰਮ ਗਤੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਅਕਾਲੀ ਆਗੂਆਂ ਨੇ ਆਪਣੇ ਆਪ ਨੂੰ ਨਿਰਮਾਣਤਾ ਸਹਿਤ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ ਸੀ। ਉਹਨਾਂ ਨੇ ਤਕਨੀਕੀ ਅਰਥਾਂ ਵਿੱਚ ਆਤਮ ਸਮਰਪਣ ਕੀਤਾ ਜਾਂ ਨਹੀਂ, ਇਹ ਤੱਥ ਬੇਮਾਇਨਾ ਹੋ ਗਿਆ ਸੀ। ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਅਜ਼ਮਤ ਦੀ ਰੱਖਿਆ ਲਈ ਮਰ ਮਿਟਣ ਦਾ ਜੋ ਐਲਾਨ ਸੰਤ ਜਰਨੈਲ ਸਿੰਘ ਜੀ ਨੇ ਕੀਤਾ ਸੀ, ਉਹ ਉਹਨਾਂ ਪੂਰਨ ਨਿਹਚਾ ਚੋਂ ਕੀਤਾ ਸੀ। ਇਸ ਕਰਕੇ ਉਸਨੇ ਜੋ ਕਿਹਾ ਸੀ ਉਹ ਕਰ ਦਿਖਾਇਆ ਸੀ, ਪਰ ਇਸ ਆਸ਼ੇ ਦੀ ਜੋ ਬਿਆਨਬਾਜ਼ੀ ਅਕਾਲੀ ਆਗੂਆਂ ਤੇ ਸਿੰਘ ਸਾਹਿਬਾਨ ਹੋਰਾਂ ਕੀਤੀ ਸੀ, ਉਹ ਮਹਿਜ਼ ਰਸਮੀ ਤੇ ਆਦਤਨ ਸੀ। ਉਹ ਕਿਸੇ ਦਿਲੀ ਨਿਹਚਾ ਤੇ ਯਕੀਨ ਚੋਂ ਨਹੀਂ ਨਿਕਲੀ ਸੀ, ਜਿਸ ਕਰਕੇ ਉਹ ਇਸ ਉੱਤੇ ਖਰੇ ਨਹੀਂ ਉਤਰ ਸਕੇ ਸਨ। ਹਮਲੇ ਤੋਂ ਬਾਅਦ ਇਹ ਬਿਆਨਬਾਜ਼ੀ ਉਹਨਾਂ ਲਈ ਭਾਰੀ ਪੈ ਗਈ ਸੀ। ਇਹ ਉਹਨਾਂ ਦੇ ਮੂੰਹ ਚੜਾ ਰਹੀ ਸੀ। ਸੋ ਅਕਾਲੀ ਆਗੂਆਂ ਦੀ ਸਾਰੀ ਰਾਜਨੀਤਿਕ ਖੇਡ ਦਾ ਸਿੱਟਾ ਇਹ ਨਿਕਲਿਆ ਕਿ ਉਹ ਸਿੱਖ ਜਨਤਾ ਦੀਆਂ ਨਜ਼ਰਾਂ ਵਿੱਚ ਕੋਡੀਓਂ ਖੋਟੇ ਹੋ ਕੇ ਰਹਿ ਗਏ ਸਨ। ਉਹ ਜੇਕਰ ਜੇਲ੍ਹਾਂ ਤੋਂ ਬਾਹਰ ਵੀ ਹੁੰਦੇ ਤਾਂ ਸਿੱਖ ਜਨਤਾ ਨੇ ਉਹਨਾਂ ਨਾਲ ਜੇਕਰ ਕੁਰੱਖਤ ਭਾਸ਼ਾ ਦਾ ਇਸਤੇਮਾਲ ਕਰਨਾ ਹੋਵੇ, ਉਹੀਓ ਕੁੱਤੇ ਖਾਣੀ ਕਰਨੀ ਸੀ, ਜਿਸ ਦਾ ਸਵਾਦ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਚੱਖਣਾ ਪਿਆ ਸੀ ਜਦ ਉਸਨੇ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਚੰਡੀਗੜ੍ਹ ਦੇ ਇੱਕ ਗੁਰਦੁਆਰੇ ਅੰਦਰ ਸੰਗਤ ਨੂੰ ਸੰਬੋਧਨ ਕਰਦਿਆਂ ਮੌਕੇ ਤੇ ਮੌਜੂਦ ਜੋਸ਼ ਮੱਤੇ ਨੌਜਵਾਨਾਂ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣ ਤੋਂ ਵਰਜਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਅਕਾਲੀ ਲੀਡਰਸ਼ਿਪ ਦੀ ਪਹਿਲੀ ਪਾਲ ਦਾ ਇਹ ਹਾਲ ਸੀ ਤਾਂ ਜੇਲ੍ਹਾਂ ਤੋਂ ਬਾਹਰ ਦੂਜੀ ਜਾਂ ਤੀਜੀ ਪਾਲ ਦੇ ਆਗੂ ਕੀ ਸਵਾਰ ਸਕਦੇ ਸਨ। ਇਸ ਸਥਿਤੀ ਵਿੱਚ ਪੰਜ ਸਿੰਘ ਸਾਹਿਬਾਨ ਨੇ ਕਾਫੀ ਜਕੋ ਤਕੀ ਤੋਂ ਬਾਅਦ ਲੀਡਰਸ਼ਿਪ ਦੇ ਇਸ ਖਲਾਅ ਨੂੰ ਦੂਰ ਕਰਨ ਲਈ ਸਿੱਖ ਪੰਥ ਨੂੰ ਉਸ ਸੰਕਟ ਦੀ ਘੜੀ ਅਗਵਾਈ ਮੁਹੱਈਆ ਕਰਨ ਦੀ ਕਠਿਨ ਜ਼ਿੰਮੇਵਾਰੀ ਓਟਣ ਦਾ ਨਿਰਣਾ ਕੀਤਾ। ਉਸ ਮੌਕੇ ਜੋ ਬਾਹਰਮੁਖੀ ਤੇ ਸਿੱਖ ਕੌਮ ਦੇ ਅੰਤਰਮੁਖੀ ਹਾਲਾਤ ਬਣੇ ਹੋਏ ਸਨ, ਉਸ ਦੇ ਸਨਮੁਖ ਸਿੱਖ ਪੰਥ ਨੂੰ ਅਗਵਾਈ ਦੇਣ ਦਾ ਕਾਰਜ ਸ਼ੇਰ ਦੀ ਸਵਾਰੀ ਕਰਨ ਤੋਂ ਘੱਟ ਮੁਸ਼ਕਲ ਨਹੀਂ ਸੀ। ਸਥਿਤੀ ਦਾ ਤਰਾਸਦਿਕ ਪਹਿਲੂ ਇਹ ਸੀ ਕਿ ਪੰਜ ਸਿੰਘ ਸਾਹਿਬਾਨ ਘੋੜੇ ਦੀ ਸਵਾਰੀ ਕਰਨ ਦੇ ਵੀ ਚੱਜ ਨਾਲ ਸਮਰੱਥ ਨਹੀਂ ਸਨ। ਉਹਨਾਂ ਦੀ ਹੋਣੀ ਅਕਾਲੀ ਆਗੂਆਂ ਨਾਲ ਸਾਂਝੀ ਸੀ। ਅਕਾਲੀ ਆਗੂਆਂ ਦੇ ਵਾਂਗ ਹੀ ਸਿੰਘ ਸਾਹਿਬਾਨ ਅੰਦਰ ਵੀ ਨਾ ਸਿਰਫ ਰਾਜਨੀਤਿਕ ਸੂਝ ਦ੍ਰਿਸ਼ਟੀ ਦੀ ਚੁਭਵੀਂ ਕਮੀ ਸੀ, ਨੈਤਿਕ ਕਿਰਦਾਰ ਦੀ ਦ੍ਰਿਸ਼ਟੀ ਤੋਂ ਵੀ ਉਹ ਅਕਾਲੀ ਆਗੂਆਂ ਨਾਲੋਂ ਕੋਈ ਬਹੁਤੇ ਅਲੱਗ ਜਾਂ ਅੱਛੇ ਨਹੀਂ ਸਨ।
ਹਮਲੇ ਤੋਂ ਪਹਿਲਾਂ ਉਹਨਾਂ ਬਾਰੇ ਅਕਾਲੀ ਲੀਡਰਸ਼ਿਪ ਦੇ ਇਸ਼ਾਰਿਆਂ ਤੇ ਚੱਲਣ ਦਾ ਪ੍ਰਭਾਵ ਬਣ ਗਿਆ ਹੋਇਆ ਸੀ। ਹਮਲੇ ਤੋਂ ਬਾਅਦ ਉਹਨਾਂ ਨੇ ਫੌਜੀ ਅਧਿਕਾਰੀਆਂ ਦੇ ਪ੍ਰਤੱਖ ਦਬਾਅ ਹੇਠ ਆ ਕੇ ਟੈਲੀਵਿਜ਼ਨ ਦੇ ਪਰਦੇ ਤੇ ਆ ਕੇ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ ਸੀ, ਉਸ ਨਾਲ ਉਸ ਮੌਕੇ ਸਿੱਖ ਕੌਮ ਅੰਦਰ, ਖਾਸ ਕਰਕੇ ਨੌਜਵਾਨ ਵਰਗ ਅੰਦਰ ਉਹਨਾਂ ਦਾ ਕੋਈ ਬਹੁਤਾ ਚੰਗਾ ਅਕਸ ਨਹੀਂ ਸੀ ਬਣਿਆ। ਅਕਾਲੀਆਂ ਆਗੂਆਂ ਵਾਂਗ ਹੀ ਉਹਨਾਂ ਬਾਰੇ ਵੀ ਕਮਜ਼ੋਰ ਦਿਲੇ ਤੇ ਕਾਇਰ ਹੋਣ ਦੀ ਧਾਰਨਾ ਬਣ ਗਈ ਸੀ। ਕਿਸੇ ਆਗੂ ਸਿੱਖ ਹਸਤੀ ਬਾਰੇ ਅਜਿਹੀ ਧਾਰਨਾ ਉਸ ਵਿਸ਼ੇਸ਼ ਸਥਿਤੀ ਵਿੱਚ ਬੇਹੱਦ ਨੁਕਸਾਨ ਉਪਜਾਊ, ਨਿਰਾ ਤਬਾਹੀ ਦਾ ਘਰ ਹੀ ਸੀ। ਉਸ ਮੌਕੇ ਅਤ ਦਰਜੇ ਤੱਕ ਦੁਖੀ ਤੇ ਅਪਮਾਨਿਤ ਹੋਏ ਮਹਿਸੂਸ ਕਰ ਰਹੇ ਸਿੱਖ ਭਾਈਚਾਰੇ ਨੂੰ ਕਿਸੇ ਸਿੱਖ ਰਹਿਬਰ ਦੀ ਜ਼ਾਲਮ ਹਕੂਮਤ ਮੂਹਰੇ ਕਮਜ਼ੋਰ ਤੇ ਨਿਮਾਣਾ ਜਿਹਾ ਬਣ ਕੇ ਪੇਸ਼ ਹੋਣ ਵਾਲੀ ਕੋਈ ਵੀ ਗੱਲ ਜਾਂ ਅਦਾ ਪੁੱਜ ਕੇ ਭੈੜੀ ਲੱਗਦੀ ਸੀ। ਕਿਸੇ ਵਕਾਰੀ ਸਿੱਖ ਹਸਤੀ ਦਾ ਜ਼ਾਲਮ ਹਕੂਮਤ ਅੱਗੇ ਸੂਤ ਭਰ ਵੀ ਲਿਫਣਾ ਸਿੱਖਾਂ ਦੇ ਨੌਜਵਾਨ ਵਰਗ ਦੇ ਤਾਂ ਖਾਸ ਕਰਕੇ ਹੀ ਸੀਨੇ ਅੰਦਰ ਲਾਂਬੂ ਲਾ ਦਿੰਦਾ ਸੀ। ਉਸ ਵੇਲੇ ਛਲਣੀ ਹੋਏ ਸਿੱਖ ਹਿਰਦਿਆਂ ਅੰਦਰ ਸੰਤ ਜਰਨੈਲ ਸਿੰਘ ਦਾ ਜਰਨੈਲੀ ਬਿੰਬ ਇੱਕ ਤੜਪ ਬਣ ਕੇ ਸਮਾ ਗਿਆ ਹੋਇਆ ਸੀ। ਉਸ ਦਾ ਧੜੱਲਾ ਤੇ ਦੀਦਾ ਦਲੇਰੀ, ਉਸ ਦਾ ਅਣਲਿਫ ਇਰਾਦਾ ਤੇ ਫੌਲਾਦੀ ਦ੍ਰਿੜਤਾ, ਸੱਚ ਚਰਿੱਤਰਤਾ ਤੇ ਨਿਸ਼ਕਪਟਤਾ, ਕੁਰਬਾਨੀ ਦੀ ਸਪਿਰਿਟ ਤੇ ਸੂਰਮਗਤੀ ਦਾ ਜਜ਼ਬਾ ਅਤੇ ਉਸ ਦੀ ਫਕੀਰੀ ਤੇ ਨਿਰਮਲਤਾ ਨੇ ਸਿੱਖਾਂ ਦੇ ਮਨਾਂ ਨੂੰ ਇਸ ਕਦਰ ਮੋਹ ਲਿਆ ਹੋਇਆ ਸੀ ਕਿ ਇਸ ਤੋਂ ਘੱਟ ਕੋਈ ਗੱਲ ਉਹਨਾਂ ਦੀ ਤਸੱਲੀ ਨਹੀਂ ਸੀ ਕਰਾਉਂਦੀ। ਲੀਡਰ ਦੀ ਕਮਜ਼ੋਰੀ ਤੇ ਦੁਰਬਲਤਾ, ਦੋਗਲਾਪਣ ਤੇ ਡਾਵਾਡੋਲਤਾ, ਬੁੱਕਲ ਵਿੱਚ ਗੁੜ ਦੀ ਭੇਲੀ ਭੰਨਣ ਦੀ ਕਰੂਚੀ ਤੇ ਆਦਤ ਭਾਵ ਓਲੇ ਵਾਲੀ ਰਾਜਨੀਤੀ ਉਹਨਾਂ ਅੰਦਰ ਕੁਰਹਿਤ ਪੈਦਾ ਕਰਦੀ ਸੀ। ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਇਹ ਸਿੱਖਾਂ ਦੇ ਅੰਤਰਮੁਖੀ ਵਤੀਰੇ ਦਾ ਬਹੁਤ ਹੀ ਉਗੜਵਾਂ ਲੱਛਣ ਬਣ ਗਿਆ ਸੀ, ਜਿਸ ਦਾ ਤੇਜ ਪ੍ਰਤਾਪ ਲਗਭਗ ਇੱਕ ਦਹਾਕੇ ਤੱਕ ਬਣਿਆ ਰਿਹਾ। ਉਸ ਤੋਂ ਬਾਅਦ ਇਹ ਜਜ਼ਬਾ ਹੌਲੀ-ਹੌਲੀ ਕਮਜ਼ੋਰ ਪੈਂਦਾ ਚਲਾ ਗਿਆ। ਇਸ ਪ੍ਰਸੰਗ ਵਿੱਚ ਵੇਖਿਆ ਪੰਜ ਸਿੰਘ ਸਾਹਿਬਾਨ ਸਾਹਮਣੇ ਪੇਸ਼ ਬਾਹਰਮੁਖੀ ਤੇ ਅੰਤਰਮੁਖੀ ਚੁਣੌਤੀਆਂ ਦਾ ਖਾਕਾ ਸਾਫ਼ ਉਘੜ ਆਉਂਦਾ ਹੈ। ਸਭ ਤੋਂ ਵੱਡੀ ਜਿਸ ਮੁਸ਼ਕਲ ਦੇ ਨਾਲ ਉਹਨਾਂ ਨੂੰ ਲਗਾਤਾਰ ਉਲਝਣਾ ਪਿਆ ਉਹ ਇਹ ਸੀ ਕਿ ਉਸ ਵੇਲੇ ਸਿੱਖ ਕੌਮ ਅੰਦਰ ਰੋਸ ਤੇ ਗੁੱਸੇ ਦਾ ਜੋ ਵੇਗਸ਼ਾਲੀ ਵਹਿਣ ਵਗ ਰਿਹਾ ਸੀ, ਸਿੰਘ ਸਾਹਿਬਾਨ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਤੇ ਤਬੀਅਤ ਨਾਲ ਉਸ ਦੀ ਮੀਚਾ ਨਹੀਂ ਸੀ ਬਹਿੰਦੀ। ਸਿੱਖ ਜਜ਼ਬਾਤਾਂ ਦੀ ਸਥਿਤੀ ਇਹ ਸੀ ਕਿ ਕੁਝ ਕੁ ਕਮਜ਼ੋਰ ਦਿਲੇ ਜਾਂ ਸਵਾਰਥ ਜੀਵੀ ਤੇ ਸਰਕਾਰ ਭਗਤ ਸਿੱਖਾਂ ਨੂੰ ਛੱਡ ਕੇ ਸਿੱਖ ਕੌਮ ਦਾ ਵੱਡਾ ਹਿੱਸਾ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਲਈ ਜ਼ਿੰਮੇਵਾਰ ਰਾਜਸੀ ਹੁਕਮਰਾਨਾਂ ਤੇ ਗੁਰੂ ਮਾਰ ਪਲਟਨਾਂ ਦੀ ਅਗਵਾਈ ਕਰਨ ਵਾਲੇ ਫੌਜੀ ਜਰਨੈਲਾਂ ਨਾਲ ਕਿਸੇ ਵੀ ਪੱਧਰ ਤੇ ਕਿਸੇ ਵੀ ਤਰ੍ਹਾਂ ਦਾ ਤਾਲਮੇਲ ਨਾ ਰੱਖਣ ਅਤੇ ਉਹਨਾਂ ਨੂੰ ਕਿਸੇ ਵੀ ਰੂਪ ਵਿੱਚ ਕੋਈ ਸਹਿਯੋਗ ਨਾ ਦੇਣ ਦੀ ਅਡੋਲ ਰਾਜਨੀਤਿਕ ਸੇਧ ਅਪਣਾ ਕੇ ਚੱਲਣ ਦਾ ਮੁਦਈ ਸੀ। ਪਰ ਅਕਾਲੀ ਆਗੂਆਂ ਦੀ ਬੋਹੜ ਪਰਛਾਈ ਹੇਠ ਸਿੰਘ ਸਾਹਿਬਾਨ ਜਿਸ ਕਿਸਮ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਤੇ ਆਚਾਰ ਵਿਹਾਰ ਦੇ ਆਦੀ ਹੋ ਚੁੱਕੇ ਸਨ, ਉਸ ਵਿੱਚੋਂ ਉਹਨਾਂ ਲਈ ਇਸ ਤਰ੍ਹਾਂ ਦੀ ਸ਼ੁੱਧ ਤੇ ਕੱਟੜ ਸੇਧ ਅਪਣਾ ਸਕਣੀ ਲਗਭਗ ਅਸੰਭਵ ਜਿਹੀ ਗੱਲ ਸੀ। ਉਹਨਾਂ ਦੀ ਦ੍ਰਿਸ਼ਟੀ ਜਿਸ ਕਿਸਮ ਦੇ ਸਾਂਚੇ ਵਿੱਚ ਢਲੀ ਹੋਈ ਸੀ, ਉਸ ਵਿੱਚ ਵੇਲੇ ਦੀ ਸਰਕਾਰ ਨਾਲ ਸੀਮਤ ਸਹਿਯੋਗ ਕਰਕੇ ਚੱਲੇ ਬਗੈਰ ਉਹਨਾਂ ਨੂੰ ਹੋਰ ਕੋਈ ਅਮਲੀ ਚਾਰਾ ਦਿਖਾਈ ਨਹੀਂ ਸੀ ਦਿੰਦਾ। ਵੇਲੇ ਦੀ ਹੁਕਮਰਾਨ ਸ਼ਕਤੀ ਨਾਲ ਉੱਕਾ ਹੀ ਕੋਈ ਸਹਿਯੋਗ ਨਾ ਕਰਨ ਦੀ ਕੱਟੜ ਤੇ ਗਰਮ ਖਿਆਲੀ ਵਿਚਾਰਧਾਰਾ ਚੋਂ ਉਹਨਾਂ ਨੂੰ ਸਿੱਖ ਕੌਮ ਦੀ ਹੋਰ ਵੱਧ ਤਬਾਹੀ ਦੇ ਆਸਾਰ ਦਿਖਾਈ ਦਿੰਦੇ ਸਨ। ਕਿਸੇ ਵਿਅਕਤੀ ਜਾਂ ਵਰਗ ਵਿਸ਼ੇਸ਼ ਦਾ ਕਿਸੇ ਖਾਸ ਸਥਿਤੀ ਦੇ ਸਨਮੁਖ ਸਮੁੱਚਾ ਵਤੀਰਾ ਤੇ ਰੋਲ ਉਸ ਸਥਿਤੀ ਬਾਰੇ ਉਸ ਦੀ ਮੂਲ ਸਮਝ ਤੇ ਧਾਰਨਾ ਤੋਂ ਨਿਰਧਾਰਤ ਹੁੰਦਾ ਹੈ। ਇਸ ਧਾਰਨਾ ਦੇ ਬਣਨ ਉਸਰਨ ਵਿੱਚ ਵਿਅਕਤੀ ਦੇ ਨਿੱਜੀਗਤ ਇਖਲਾਕੀ ਗੁਣਾ ਔਗੁਣਾ ਨਾਲੋਂ ਉਸ ਦੇ ਸਿਧਾਂਤਕ ਦ੍ਰਿਸ਼ਟੀਕੋਣ ਦਾ ਰੋਲ ਨਿਰਣਾਇਕ ਹੁੰਦਾ ਹੈ। ਇੱਕ ਤਰ੍ਹਾਂ ਨਾਲ ਸਥਿਤੀ ਬਾਰੇ ਇਸ ਧਾਰਨਾ ਚੋਂ ਵਿਅਕਤੀ ਦਾ ਸਿਧਾਂਤਕ ਨਜ਼ਰੀਆ ਹੀ ਰੂਪਮਾਨ ਹੋ ਰਿਹਾ ਹੁੰਦਾ ਹੈ। ਇਸ ਕਰਕੇ ਇੱਥੇ ਅਸੀਂ ਸਿੰਘ ਸਾਹਿਬਾਨ ਅਤੇ ਅਕਾਲੀ ਲੀਡਰਸ਼ਿਪ ਦੇ ਸਮੁੱਚੇ ਰੋਲ ਨੂੰ ਸਮਝਣ ਤੇ ਅੰਗਣ ਲਈ ਉਹਨਾਂ ਦੇ ਨਿੱਜੀਗਤ ਇਖਲਾਕੀ ਗੁਣਾ ਔਗੁਣਾ ਉੱਤੇ ਫੋਕਸ ਕਰਨ ਦੀ ਥਾਵੇਂ ਉਹਨਾਂ ਦੇ ਸਿਧਾਂਤਕ ਦ੍ਰਿਸ਼ਟੀਕੋਣ ਉੱਤੇ ਜ਼ਿਆਦਾ ਕੇਂਦਰਿਤ ਕਰਨ ਦੀ ਸੁਚੇਤ ਸਿਧਾਂਤਕ ਪਹੁੰਚ ਤੇ ਵਿਧੀ ਅਪਣਾ ਕੇ ਚੱਲ ਰਹੇ ਹਾਂ। ਸਿੰਘ ਸਾਹਿਬਾਨ ਤੇ ਅਕਾਲੀ ਆਗੂਆਂ ਦੀ ਦਰਪੇਸ਼ ਸਥਿਤੀ ਬਾਰੇ ਸਮਝ ਅਤੇ ਧਾਰਨਾ ਦਾ ਹਾਲ ਇਹ ਸੀ ਕਿ 3 ਜੂਨ ਦੀ ਰਾਤ ਪੈ ਜਾਣ ਤੱਕ ਵੀ ਜਦ ਦਰਬਾਰ ਸਾਹਿਬ ਦੁਆਲੇ ਫੌਜਾਂ ਨੇ ਕਸਵਾਂ ਘੇਰਾ ਪਾ ਲਿਆ ਹੋਇਆ ਸੀ ਅਤੇ CRPF ਦੁਆਰਾ 2 ਦਿਨਾਂ ਤੋਂ ਦਰਬਾਰ ਸਾਹਿਬ ਭਵਨ ਸਮੂਹ ਤੇ ਲਗਾਤਾਰ ਅੰਧਾਧੁੰਦ ਗੋਲੀਬਾਰੀ ਦਾ ਸਿਲਸਿਲਾ ਜਾਰੀ ਸੀ, ਉਹਨਾਂ ਨੂੰ ਭਾਰਤੀ ਹਾਕਮਾਂ ਦੇ ਦੁਸ਼ਟ ਇਰਾਦਿਆਂ ਤੇ ਵਾਪਰਨ ਵਾਲੇ ਘਟਨਾਕ੍ਰਮ ਦੀ ਗੰਭੀਰਤਾ ਦਾ ਹਕੀਕੀ ਆਭਾਸ ਤੇ ਅਹਿਸਾਸ ਨਹੀਂ ਸੀ ਹੋਇਆ। ਗਿਆਨੀ ਕਿਰਪਾਲ ਸਿੰਘ ਦੇ ਆਪਣੇ ਕਥਨ ਅਨੁਸਾਰ 3 ਜੂਨ ਨੂੰ ਦੁਪਹਿਰ ਤੋਂ ਬਾਅਦ
जद उसने जथेदार गुरचरण सिंह टोड़ा ते होरना मोतबरां नाल दरबार साहिब भवन समूह के अंदर ते बाहर शक्ल धारण कर रहे हालात बारे डूंगा विचार वटांदरा कीता तां सारियां दे मन विच यह खदशा सी कि सरकार कोई वड्डा एक्शन करन वाली है। पर फौज के समूह अंदर आउण दा किसी नूं भी चित नहीं सी। हालांकि सिर्फ चंद घंटे पहलां ही संत जरनैल सिंह पिंडरावालियां दे निकट सहयोगियां भाई अमरीक सिंह अते भाई रछपाल सिंह पीए ने ज्ञानी कृपाल सिंह नाल अपनी एक उचेची गलबात के दौरान उसनूं इस गल तो साफ आगाह कर दिता सी कि केंद्री सरकार दा सिखां प्रति मन साफ नहीं अते पूरी संभावना है कि साडी सरकार नाल सिद्धी टक्कर हो जाएगी। जिस सूरत विच उन्हां ने ज्ञानी जी नूं बतौर जथेदार श्री अकाल तख्त साहिब भारत सरकार दीआं सुरक्षा फोर्सां अंदरले सारे सिखां नूं छेती तो छेती अस्तीफे दे के पंथ दा साथ देण दी अपील जारी करन दी निमर बेनती कीती सी। परंतु ज्ञानी कृपाल सिंह ते जथेदार टोड़ा ने तेजी नाल करवट लै रहे घटनाक्रम के बारे विच भाई साहिबान होरां दे इस भावपूरत प्रभाव जायजे नूं नौजवानां वाले ज़्यादा गर्म जज्बात कह के थाएं नकार दिता सी अते भाई साहिबान होरां दे सुझाव विचों उन्हां नूं सारी कौम दा उजाड़ा कर बैठण वाली थोड़ दृष्टि नज़र आई सी। पंथ दीआं दो मोहरी धार्मिक हस्तियां दा इस कदर नकारात्मक हुंगारा निरापुरा निजीगत अर्थां विच कमज़ोर दिली दी पैदाइश जां प्रगटावा नहीं समझे जाना चाहिए। दरपेश स्थिति बारे उन्हां दी समझ अते उन्हां दे समुचे सिद्धांतक नज़रिए दी इस उत्ते गूढ़ी पा चढ़ी हुई सी। बण उसर रही स्थिति दे दोनों मूल विरोधी लड़ां भारती हाकमां वल्लों दरबार साहिब उत्ते कहर भरिया फौजी धावा बोलन दे दुष्ट इरादे ते उन्हां दे इस दिशा विच तेजी नाल वध रहे कदमां बारे अते दूजे बन्ने संत जरनैल सिंह पिंडरावालियां ते उन्हां दे जुझारू संघियां द्वारा इस हमले दा सैनिक पद्धर ते सिद्धक दली नाल टाकरा करन दे दृढ़ चट्टानी इरादे ते अमली तैयारियां बारे उन्हां दी समझ बेहद कच्ची ते भरमग्रस्त सी। ना उन्होंने हमले के आकार ते भयानकता का सही अंदाजा सी अते ना ही संत जरनैल सिंह ते उन्हां दे शहीदी जथे की जुझारू स्पिरिट ते लड़ाकू समर्था का असली ज्ञान ते अनुमान सी। इस करके भाई अमरीक सिंह होरां नाल होए भावपूरत वार्तालाप तो बाद भी ज्ञानी कृपाल सिंह जी ना सिर्फ उस रात भी अपने घर जाके रोज़ वांग ही परिवार समेत कोठे उपर लम्मियां ताण के जा सुते सन। सगों उस रात भारत सरकार द्वारा टीवी ते रेडियो तो नशर किए गए जंगी ऐलाना ते फरमाना अते वड्डे तड़के फौज वालों दरबार साहिब भवन समूह उत्ते तोपां नाल अंधा धुंद गोलाबारी आरंभ कर देण तो बाद भी ज्ञानी जी नूं भावी घटनाक्रम का हकीकी आभास ही ना होया। उन्हां दे अपने कथन अनुसार ही इस सारे घटनाक्रम तो सियाणिਆਂ नूं ਇਹ ਤਾਂ ਜਾਪਣ ਲੱਗ ਪਿਆ ਸੀ कि अज श्री दरबार साहिब उपर फौजी हमला होवेगा, पर किन्ना भयानक ते वहिशी। ज्ञानी जी नूं उदों तक भी इस गल का उक्का ही कोई बोध अनुमान नहीं सी होया। उन्हां दी कल्पना वध तो वध इत्थों तक ही जा सकी सी कि रात नूं फौज कंपलैक्स विच दाखिल होकर शायद बेहोश करने वाली गैस छड्ड के अंदरले खाड़कू ਸਿੰਘਾਂ नूं गिरफ्तार कर लवेगी। बस उन्हां दी दृष्टि इत्थों तक ही देख सकी सी। इस दे टाकरे विच संत जरनैल सिंह पिंडरावालियां ने अपनी दिव्य दृष्टि नाल बहुत चिर पहलां ही आउण वाले समय का पूरा ते सही अनुमान ला लिया होया सी। 1978 की विसाखी की खूनी घटना तो उन्होंने यह सही हो गया सी कि हिंदू हाकमां की सिखां प्रति नीत विगड़ी हुई है अते सिखां दे दिमागां ते हिरदियां विचों सिख धर्म की सदीवी सुतंत्रता ते सिख हस्ती के न्यारेपण के एहसास ते चेतना नूं मलियामेट करन लई उन्होंने कोई भी अपराध करन तो नहीं झिझकना ते ना रुकना है। उस तो बाद घटिया घटनावां नाल जिवें जिवें उन्हां दे इस निर्णय की गूढ़ पुष्टि हुंदी गई तिवें तिवें ओह सिख कौम नूं आउण वाले समय की गंभीरता का एहसास कराउंदे अते पैदा हो रहे हालात ते चुनौतियां का टाकरा करन लई पंथ अंदर कौमी चेतना ते जज्बे का संचार करते गए ते नाल ही पैदा हो रहीआं नवीआं जथेबंदक ते सैनिक लोड़ां दा भी बराबर ख्याल ते बंदोबस्त करते रहे। अक्तूबर 1983 विच अपने एक अति विश्वास पात्र सज्जन नाल गूढ़ वार्तालाप के दौरान संत जरनैल सिंह पिंडरावालियां ने गहर गंभीर अंदाज धारण करते हुए भावी होनी की यह साफ तस्वीर वाह दित्ती सी कि दरबार साहिब दुआले 1 लाख फौज का घेरा पवेगा, गै गचमी लड़ाई होवेगी, दमदमी टकसाल का सारा जत्था शहीद हो जाएगा, कोई टावां विरला ही जिउंदा बचेगा, परिक्रमा अंदर लहू विच घोड़े की टाप डुबेगी।
ਇਸ ਤੋਂ ਦ੍ਰਿਸ਼ਟੀ ਦੇ ਵਖਰੇਵੇਂ ਸਾਫ਼ ਨਜ਼ਰ ਆ ਜਾਂਦੇ ਹਨ। ਅਕਾਲੀ ਲੀਡਰਸ਼ਿਪ ਸਮੇਤ ਹੀ ਸਿੰਘ ਸਾਹਿਬਾਨ ਦੇ ਸਿਧਾਂਤਕ ਦ੍ਰਿਸ਼ਟੀਕੋਣ ਦੀ ਉਪਰੋਕਤ ਵਜੂਦ ਸਮੋਈ ਊਣਤਾਈ ਨੇ ਉਹਨਾਂ ਦੇ ਸਮੁੱਚੇ ਰੋਲ ਅਤੇ ਸਰਗਰਮੀਆਂ ਉੱਤੇ ਆਪਣਾ ਗੂੜਾ ਨਾ ਪੱਖੀ ਅਸਰ ਪਾਇਆ। ਜਿਹੜੀ ਲੀਡਰਸ਼ਿਪ ਅਗਲੇ 48 ਘੰਟਿਆਂ ਦੌਰਾਨ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਰਚੇ ਜਾਣ ਵਾਲੇ ਇਤਿਹਾਸ ਦੀ ਕਲਪਨਾ ਕਰ ਸਕਣ ਦੇ ਹੀ ਅਯੋਗ ਸੀ, ਉਹ ਇਸ ਇਤਿਹਾਸ ਦੀ ਝਾਲ ਕਿਵੇਂ ਝੱਲ ਸਕਦੀ ਸੀ ਅਤੇ ਉਸਨੇ ਇਸ ਇਤਿਹਾਸ ਦੀ ਸੰਭਾਲ ਕੀ ਕਰ ਸਕਣੀ ਸੀ। ਪਹਿਲਾ ਇਮਤਿਹਾਨ। ਹਮਲੇ ਦੌਰਾਨ ਭਾਰਤੀ ਫੌਜ ਨੂੰ ਸੰਤ ਜਰਨੈਲ ਸਿੰਘ ਦੇ ਜੁਝਾਰੂ ਜਥੇ ਹੱਥੋਂ ਜਿਸ ਤਰ੍ਹਾਂ ਦੀ ਕਰਾਰੀ ਟੱਕਰ ਦਾ ਸਾਹਮਣਾ ਕਰਨਾ ਪਿਆ, ਉਸ ਨਾਲ ਭਾਰਤੀ ਹਾਕਮਾਂ ਦੇ ਸਾਰੇ ਪੂਰਵ ਅਨੁਮਾਨ ਤੇ ਅੰਦਾਜ਼ੇ ਉਲਟ-ਪੁਲਟ ਹੋ ਗਏ ਸਨ। ਇੱਕ ਤਾਂ ਹਮਲੇ ਦੀ ਸਾਰੀ ਕਾਰਵਾਈ ਉਮੀਦ ਨਾਲੋਂ ਕਿਤੇ ਜ਼ਿਆਦਾ ਲਮਕ ਗਈ ਸੀ। ਦੂਜਾ, ਹਮਲੇ ਦੌਰਾਨ ਜਾਨੀ ਤੇ ਮਾਲੀ ਨੁਕਸਾਨ ਬੇਹਿਸਾਬਾ ਹੋ ਗਿਆ ਸੀ, ਜਿਸ ਦੀ ਕਿ ਉਹਨਾਂ ਨੂੰ ਮੂਲੋਂ ਹੀ ਕੋਈ ਤਵੱਕੋ ਨਹੀਂ ਸੀ। ਅਨੁਮਾਨ ਤੇ ਉਮੀਦ ਦੇ ਉਲਟ ਪੈਦਾ ਹੋਏ ਇਸ ਨਾਗਵਾਰ ਹਾਲਾਤ ਨੇ ਭਾਰਤੀ ਹਾਕਮਾਂ ਦੇ ਸਾਹਮਣੇ ਕੁਝ ਨਵੀਆਂ ਦੁਸ਼ਵਾਰੀਆਂ ਤੇ ਉਲਝਣਾਂ ਖੜੀਆਂ ਕਰ ਦਿੱਤੀਆਂ ਸਨ। ਭਾਰਤ ਸਰਕਾਰ ਦੁਆਰਾ ਸੂਚਨਾ ਤੇ ਸੰਚਾਰ ਦੇ ਸਾਰੇ ਸਾਧਨਾਂ ਦੀ ਸੰਘੀ ਘੁੱਟ ਦੇਣ ਅਤੇ ਪੰਜਾਬ ਦਾ ਬਾਕੀ ਦੇ ਸੰਸਾਰ ਨਾਲੋਂ ਜਿਸਮਾਨੀ ਨਾਤਾ ਪੂਰੀ ਤਰ੍ਹਾਂ ਤੋੜ ਦੇਣ ਦੇ ਬਾਵਜੂਦ ਹਮਲੇ ਦੀ ਕਾਰਵਾਈ ਬਾਰੇ ਟੁੱਟਵੀਂ ਖਿੰਡਵੀਂ ਜਾਣਕਾਰੀ ਸਾਰੇ ਸੰਸਾਰ ਅੰਦਰ ਫੈਲ ਗਈ ਸੀ। ਬੇਸ਼ੱਕ ਭਾਰਤੀ ਹਾਕਮਾਂ ਨੇ ਹਮਲੇ ਦੌਰਾਨ ਹੋਏ ਨੁਕਸਾਨ ਉੱਤੇ ਪਰਦਾਪੋਸ਼ੀ ਕਰਨ ਲਈ ਆਪਣੇ ਵੱਲੋਂ ਬਣਾ ਸਵਾਰ ਕੇ ਝੂਠ ਬੋਲਣ ਦੀ ਕੋਈ ਕਸਰ ਨਹੀਂ ਸੀ ਛੱਡੀ, ਪਰ ਸੱਚ ਦੇ ਪ੍ਰਕਾਸ਼ ਨੂੰ ਕੂੜ ਪ੍ਰਚਾਰ ਦੇ ਪਰਦਿਆਂ ਹੇਠ ਦੱਬ ਸਕਣਾ ਉਹਨਾਂ ਦੇ ਪੂਰੀ ਤਰ੍ਹਾਂ ਵੱਸ ਵਿੱਚ ਨਹੀਂ ਸੀ ਰਿਹਾ। ਹਮਲੇ ਦੌਰਾਨ ਭਾਰਤੀ ਫੌਜ ਦੁਆਰਾ ਤੋਪਖਾਨੇ ਤੇ ਟੈਂਕਾਂ ਦੀ ਬੇਦਰੇਗ ਵਰਤੋਂ ਕੀਤੇ ਜਾਣ ਦਾ ਭੇਦ ਜੱਗ ਜ਼ਾਹਰ ਹੋ ਗਿਆ ਸੀ। ਇਸ ਤੱਥ ਨੇ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਅੰਦਰ ਦਰਬਾਰ ਸਾਹਿਬ ਭਵਨ ਸਮੂਹ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਤੌਖਲੇ ਪੈਦਾ ਕਰ ਦਿੱਤੇ ਸਨ। ਤੋਪਾਂ ਦੇ ਗੋਲਿਆਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਸ਼ਨੀ ਡਿਓਢੀ ਦੀਆਂ ਇਮਾਰਤਾਂ ਦੇ ਬੁਰੀ ਤਰ੍ਹਾਂ ਡਿੱਗ ਢੱਠ ਜਾਣ, ਭਾਰਤੀ ਫੌਜ ਦੀ ਗੋਲੀਬਾਰੀ ਨਾਲ ਦਰਬਾਰ ਸਾਹਿਬ ਦੀ ਪਾਵਨ ਇਮਾਰਤ ਦੇ ਘਾਇਲ ਹੋ ਜਾਣ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਵਰਗੀਆਂ ਵਡਮੁੱਲੀਆਂ ਸੰਸਥਾਵਾਂ ਦੇ ਤਬਾਹ ਹੋ ਜਾਣ ਦੀਆਂ ਖਬਰਾਂ ਨੇ ਸਿੱਖ ਹਿਰਦਿਆਂ ਅੰਦਰ ਰੋਸ ਤੇ ਗੁੱਸੇ ਦਾ ਤੂਫਾਨ ਪੈਦਾ ਕਰ ਦਿੱਤਾ ਸੀ। ਹਿੰਦੂ ਹਾਕਮਾਂ ਅੰਦਰ ਭਾਵੇਂ ਕਿ ਇਸ ਤੂਫਾਨ ਨੂੰ ਹਕੂਮਤੀ ਤਾਕਤ ਦੇ ਜ਼ੋਰ ਬੇਰਹਿਮੀ ਨਾਲ ਕੁਚਲ ਕੇ ਰੱਖ ਦੇਣ ਦੇ ਇਰਾਦੇ ਦੀ ਕਮੀ ਨਹੀਂ ਸੀ, ਪਰ ਉਹ ਚਾਣਕੀਆ ਨੀਤੀ ਦੇ ਇਸ ਸੁਨਹਿਰੀ ਗੁਰ ਤੋਂ ਬੇਖਬਰ ਨਹੀਂ ਸਨ ਕਿ ਕਿਸੇ ਵਰਗ ਨੂੰ ਦਾਬੇ ਹੇਠ ਰੱਖਣ ਲਈ ਨਿਰੇ ਬਲ ਦਾ ਵਧਵਾਂ ਉਪਯੋਗ ਕਰਨਾ ਬਹੁਤਾ ਗੁਣਕਾਰੀ ਨਹੀਂ ਹੁੰਦਾ। ਬਲ ਦੇ ਨਾਲੋਂ ਨਾਲ ਛਲ ਦੀ ਮੁਨਾਸਬ ਮਾਤਰਾ ਵਿੱਚ ਵਰਤੋਂ ਕਰਨੀ ਹੁਕਮਰਾਨੀ ਦੀ ਕਲਾ ਦਾ ਜ਼ਰੂਰੀ ਅੰਗ ਹੈ। ਇਸ ਕਲਾ ਵਿੱਚ ਬ੍ਰਾਹਮਣ ਵਰਗ ਦੀ ਉਚੇਚੀ ਮੁਹਾਰਤ ਇੱਕ ਮੰਨਿਆ ਪ੍ਰਮੰਨਿਆ ਸੱਚ ਹੈ। ਹਮਲੇ ਦੌਰਾਨ ਦਰਬਾਰ ਸਾਹਿਬ ਭਵਨ ਸਮੂਹ ਦੀ ਭਾਰੀ ਤਬਾਹੀ ਹੋ ਜਾਣ ਦਾ ਤੱਥ ਭਾਰਤੀ ਹਾਕਮਾਂ ਲਈ ਫੌਰੀ ਪ੍ਰਸੰਗ ਵਿੱਚ ਵੱਡੀ ਆਫਤ ਬਣ ਗਿਆ ਸੀ। ਭਾਰਤੀ ਫੌਜ ਦੇ ਵਹਿਸ਼ੀਆਨਾ ਹਮਲੇ ਸਦਕਾ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਚੱਲਦੀ ਪਵਿੱਤਰ ਮਰਿਆਦਾ ਵਿੱਚ ਰੁਕਾਵਟ ਪੈ ਗਈ ਸੀ। ਭਾਵੇਂ ਕਿ ਹਮਲੇ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਪਣੀਆਂ ਡਿਊਟੀਆਂ ਨਿਭਾ ਰਹੇ ਰਾਗੀਆਂ, ਪਾਠੀਆਂ ਤੇ ਗ੍ਰੰਥੀਆਂ ਨੇ ਪਵਿੱਤਰ ਮਰਿਆਦਾ ਨਿਰੰਤਰ ਜਾਰੀ ਰੱਖਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਉਹਨਾਂ ਦੀ ਸ਼ਰਧਾ, ਸਦਕ ਤੇ ਹੌਸਲੇ ਦੀ ਬਦੌਲਤ 6 ਜੂਨ ਬਾਅਦ ਦੁਪਹਿਰ 2 ਵਜੇ ਤੱਕ ਦਰਬਾਰ ਸਾਹਿਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਸ਼ਬਦ ਕੀਰਤਨ ਦਾ ਪ੍ਰਵਾਹ ਨਿਰਵਿਘਨ ਚੱਲਦਾ ਰਿਹਾ ਸੀ। ਪਰ ਉਸ ਤੋਂ ਬਾਅਦ ਮੀਂਹ ਤੇ ਹਨੇਰੀ ਵਾਂਗ ਵਰਦੀਆਂ ਗੋਲੀਆਂ ਵਿੱਚ ਕੀਰਤਨ ਜਾਰੀ ਰੱਖਣਾ ਅਸੰਭਵ ਹੋ ਗਿਆ ਸੀ। ਗਿਆਨੀ ਪੂਰਨ ਸਿੰਘ, ਜੋ ਗਿਆਨੀ ਮੋਹਨ ਸਿੰਘ ਸਮੇਤ ਹਮਲੇ ਦੌਰਾਨ ਸਾਰਾ ਸਮਾਂ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਰਹੇ ਸਨ, ਦੇ ਦੱਸਣ ਅਨੁਸਾਰ ਲਗਾਤਾਰ ਚੱਲਦੀ ਰਹੀ ਭਾਰੀ ਗੋਲੀਬਾਰੀ ਦੀ ਵਜ੍ਹਾ ਕਰਕੇ 5 ਜੂਨ ਦੀ ਰਾਤ ਨੂੰ ਪਾਵਨ ਬੀੜ ਨੂੰ ਪਾਲਕੀ ਸਾਹਿਬ ਤੇ ਕੋਠਾ ਸਾਹਿਬ ਵਿਖੇ ਲਿਜਾਣ ਦੀ ਨਿਰੰਤਰ ਚਲੀ ਆ ਰਹੀ ਮਰਿਆਦਾ ਦਾ ਪਾਲਣ ਕਰ ਸਕਣਾ ਸੰਭਵ ਨਹੀਂ ਸੀ ਹੋ ਸਕਿਆ। ਇਸ ਦੀ ਬਜਾਏ ਪਾਵਨ ਬੀੜ ਨੂੰ ਹਰ ਕੀ ਪੌੜੀ ਦੀ ਉੱਪਰਲੀ ਮੰਜ਼ਲ ਵਿਖੇ ਮੰਜੀ ਸਾਹਿਬ ਉੱਪਰ ਹੀ ਬਿਰਾਜਮਾਨ ਕਰਵਾ ਦਿੱਤਾ ਗਿਆ ਸੀ। 6 ਜੂਨ ਦੀ ਰਾਤ ਨੂੰ ਵੀ ਇਹੋ ਸਥਿਤੀ ਬਣੀ ਰਹੀ। 6 ਜੂਨ ਦੀ ਸ਼ਾਮ ਨੂੰ ਜਦ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਜੁਝਾਰੂ ਸਾਥੀਆਂ ਨੂੰ ਸ਼ਹੀਦ ਹੋਇਆਂ ਕਈ ਘੰਟੇ ਬੀਤ ਚੁੱਕੇ ਸਨ ਅਤੇ ਭਾਰਤੀ ਫੌਜ ਲਈ ਮੈਦਾਨ ਲਗਭਗ ਖਾਲੀ ਹੋ ਚੁੱਕਾ ਸੀ, ਤਾਂ ਹੋਰਨਾਂ ਲੋਕਾਂ ਦੇ ਨਾਲ ਹੀ ਦਰਬਾਰ ਸਾਹਿਬ ਅੰਦਰ ਮੌਜੂਦ ਸਾਰੇ ਰਾਗੀਆਂ, ਪਾਠੀਆਂ, ਗ੍ਰੰਥੀਆਂ ਤੇ ਸੇਵਾਦਾਰਾਂ ਨੇ ਵੀ ਫੌਜੀ ਅਫਸਰਾਂ ਦੀ ਹਦਾਇਤ ਉੱਤੇ ਬਾਹਰ ਆ ਕੇ ਫੌਜ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਿਰਫ ਗਿਆਨੀ ਪੂਰਨ ਸਿੰਘ ਤੇ ਗਿਆਨੀ ਮੋਹਨ ਸਿੰਘ ਦੋਵੇਂ ਹੀ ਰਹਿ ਗਏ ਸਨ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਪ੍ਰਕਾਸ਼ ਇਕੱਲਿਆਂ ਛੱਡ ਕੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹਨਾਂ ਦੋਨੋਂ ਗ੍ਰੰਥੀ ਸਿੰਘਾਂ ਨੇ 6 ਜੂਨ ਦੀ ਰਾਤ ਨੂੰ ਪਾਵਨ ਬੀੜ ਦਾ ਸੁਖ ਆਸਣ ਤਾਂ ਕਰ ਦਿੱਤਾ ਸੀ, ਪਰ ਅਗਲੀ ਸਵੇਰ 7 ਜੂਨ ਨੂੰ ਰਾਗੀਆਂ ਤੇ ਪਾਠੀਆਂ ਦੀ ਗੈਰ ਮੌਜੂਦਗੀ ਸਦਕਾ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਾ ਤਾਂ ਪਾਵਨ ਬੀੜ ਦਾ ਪ੍ਰਕਾਸ਼ ਹੋ ਸਕਿਆ ਸੀ ਅਤੇ ਨਾ ਨਿੱਤ ਵਾਂਗ ਕੀਰਤਨ ਦਾ ਆਰੰਭ ਹੋ ਸਕਿਆ ਸੀ।
ਇਹ ਸਥਿਤੀ ਭਾਰਤੀ ਹਾਕਮਾਂ ਲਈ ਫੌਰੀ ਤੌਰ ਤੇ ਭਾਰੀ ਪਰੇਸ਼ਾਨੀ ਖੜੀ ਕਰਦੀ ਸੀ। ਇਸ ਨਾਲ ਸਿੱਖਾਂ ਦੇ ਮਨਾਂ ਉੱਤੇ ਭਾਰਤੀ ਹਾਕਮਾਂ ਦੁਆਰਾ ਕੀਤੇ ਗਏ ਬੱਜਰ ਪਾਪ ਦਾ ਬਹੁਤ ਸਿੱਧਾ ਤੇ ਤਿੱਖਾ ਪ੍ਰਭਾਵ ਪੈਂਦਾ ਸੀ। ਇਸ ਕਰਕੇ ਭਾਰਤੀ ਹਾਕਮ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਜਲਦੀ ਤੋਂ ਜਲਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਕੀਰਤਨ ਆਰੰਭ ਕਰ ਦੇਣਾ ਚਾਹੁੰਦੇ ਸਨ, ਤਾਂ ਜੋ ਬਾਹਰੀ ਸੰਸਾਰ ਤੇ ਸਿੱਖ ਭਾਈਚਾਰੇ ਅੰਦਰ ਇਹ ਝੂਠਾ ਪ੍ਰਭਾਵ ਦਿੱਤਾ ਜਾ ਸਕੇ ਕਿ ਦਰਬਾਰ ਸਾਹਿਬ ਅੰਦਰ ਸਥਿਤੀ ਬਿਲਕੁਲ ਆਮ ਦੀ ਤਰ੍ਹਾਂ ਹੈ। ਪਰੰਤੂ ਭਾਰਤੀ ਹਾਕਮਾਂ ਦੀ ਇਹ ਮਨਸ਼ਾ ਸਿੰਘ ਸਾਹਿਬਾਨ ਦੇ ਤਤਕਾਲੀ ਸਹਿਯੋਗ ਬਿਨਾਂ ਪੂਰੀ ਨਹੀਂ ਸੀ ਹੋ ਸਕਦੀ। ਇਸ ਤਰ੍ਹਾਂ ਸਿੰਘ ਸਾਹਿਬਾਨ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਦੇ ਸਾਹਮਣੇ ਕਠਿਨ ਪ੍ਰੀਖਿਆ ਦੀ ਘੜੀ ਪੈਦਾ ਹੋ ਗਈ ਸੀ। ਉਸ ਵੇਲੇ ਜਦੋਂ ਕਿ ਭਾਰਤ ਦੇ ਹਿੰਦੂ ਹਾਕਮਾਂ ਨੇ ਸਿੱਖਾਂ ਦੇ ਵਿਰੁੱਧ ਐਲਾਨੀਆ ਜੰਗ ਛੇੜ ਰੱਖੀ ਹੋਈ ਸੀ ਅਤੇ ਉਹਨਾਂ ਦੀਆਂ ਧਾੜਵੀ ਫੌਜਾਂ ਨੇ ਦਰਬਾਰ ਸਾਹਿਬ ਭਵਨ ਸਮੂਹ ਦੇ ਅੰਦਰ ਮੁਗਲਾਂ ਤੇ ਅਫਗਾਨੀਆਂ ਨਾਲੋਂ ਵੀ ਵੱਧ ਕੇ ਜ਼ੁਲਮੀ ਕਹਿਰ ਮਚਾ ਰੱਖਿਆ ਹੋਇਆ ਸੀ, ਅਜਿਹੀ ਸਥਿਤੀ ਵਿੱਚ ਸਿੰਘ ਸਾਹਿਬਾਨ ਦੁਆਰਾ ਭਾਰਤੀ ਹਾਕਮਾਂ ਨੂੰ ਕਿਸੇ ਵੀ ਰੂਪ ਵਿੱਚ ਸਹਿਯੋਗ ਦੇਣਾ ਪਾਪੀ ਧਿਰ ਦਾ ਪੱਖ ਪੂਰਨ ਵਾਲੀ ਗੱਲ ਸੀ, ਜੋ ਕਿ ਸਿੰਘ ਸਾਹਿਬਾਨ ਦੇ ਰੁਤਬੇ ਦੀ ਸ਼ਾਨ ਤੇ ਮਾਣ ਮਰਿਆਦਾ ਦੇ ਇੱਕਦਮ ਉਲਟ ਸੀ। ਇਸ ਨਾਲ ਸਿੱਖ ਜਗਤ ਅੰਦਰ ਸਿੰਘ ਸਾਹਿਬਾਨ ਦੀ ਸਾਖ ਨੂੰ ਖੋਰਾ ਪੈਣਾ ਤੇ ਉਹਨਾਂ ਵਿਰੁੱਧ ਰੋਸ ਤੇ ਗੁੱਸੇ ਦਾ ਰੌਂ ਪੈਦਾ ਹੋਣਾ ਨਿਸ਼ਚਿਤ ਸੀ। ਪਰੰਤੂ ਇਸ ਦੇ ਉਲਟ ਅਜਿਹਾ ਸਹਿਯੋਗ ਦੇਣ ਤੋਂ ਕਰੜਾ ਇਨਕਾਰੀ ਰੁਖ ਅਪਣਾਉਣਾ ਆਪਣੇ ਉੱਤੇ ਸਿੱਧੇ ਹਕੂਮਤੀ ਕਹਿਰ ਨੂੰ ਬੁਲਾਵਾ ਦੇਣਾ ਸੀ। ਇਸ ਤਰ੍ਹਾਂ ਸਿੰਘ ਸਾਹਿਬਾਨ ਦੇ ਸਾਹਮਣੇ ਚੋਣ ਕਰਨ ਲਈ ਸਿਰਫ ਦੋ ਹੀ ਰਾਹ ਖੁੱਲੇ ਸਨ, ਜੋ ਕਿ ਬਰਾਬਰ ਜੋਖਮ ਭਰੇ ਸਨ। ਦੋਨਾਂ ਚੋਂ ਕੋਈ ਵੀ ਰਾਹ ਸੁਖਾਲਾ ਤੇ ਸੁਖਦ ਨਹੀਂ ਸੀ। ਤਤਕਾਲੀ ਸਥਿਤੀ ਦਾ ਉਗੜਵਾਂ ਅਹਿਮ ਲੱਛਣ ਇਹ ਸੀ ਕਿ ਉਸ ਵੇਲੇ ਭਾਰਤੀ ਹਾਕਮਾਂ ਨੂੰ ਸਿੰਘ ਸਾਹਿਬਾਨ ਤੱਕ ਗਰਜ ਸੀ, ਸਹਿਯੋਗ ਦੀ ਲੋੜ ਭਾਰਤੀ ਹਾਕਮਾਂ ਨੂੰ ਸੀ, ਜਦ ਕਿ ਭਾਰਤੀ ਹਾਕਮਾਂ ਵੱਲੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰ ਦੇਣ ਦਾ ਸਿਰੇ ਦਾ ਪਾਪ ਕਰ ਗੁਜ਼ਰਨ ਤੋਂ ਬਾਅਦ ਸਿੱਖ ਪੰਥ ਦਾ ਇੱਕ ਕੌਮ ਦੇ ਰੂਪ ਵਿੱਚ ਉਹਨਾਂ ਨਾਲ ਕੋਈ ਨੈਤਿਕ ਤੇ ਰਾਜਸੀ ਇਕਰਾਰਨਾਮਾ ਨਹੀਂ ਰਹਿ ਗਿਆ ਸੀ। ਸਿੱਖਾਂ ਨੂੰ ਕੌਮੀ ਰੂਪ ਵਿੱਚ ਭਾਰਤੀ ਹਾਕਮਾਂ ਤੱਕ ਕੋਈ ਗਰਜ, ਕੋਈ ਲੋੜ ਤੇ ਮੁਤਾਜਗੀ ਨਹੀਂ ਸੀ ਰਹੀ। ਕਿਸੇ ਸਿੱਖ ਨੂੰ ਹਿੰਦੂ ਹਾਕਮਾਂ ਤੱਕ ਜੇ ਕੋਈ ਗਰਜ ਹੈ ਸੀ ਤਾਂ ਇਸ ਵਿੱਚ ਉਸ ਦਾ ਕੋਈ ਨਿੱਜੀ ਹਿੱਤ ਅਥਵਾ ਸਵਾਰਥ ਛੁਪਿਆ ਹੋਇਆ ਸੀ। ਇਹ ਸਵਾਰਥ ਦੁਨਿਆਵੀ ਲਾਲਚ, ਰੁਤਬੇ ਤੇ ਦੌਲਤ ਦੀ ਲਾਲਸਾ ਤੇ ਹਕੂਮਤ ਦੇ ਭੈ ਦੋਨਾਂ ਰੂਪਾਂ ਵਿੱਚ ਪ੍ਰਗਟ ਹੋ ਰਿਹਾ ਸੀ। ਜਿਵੇਂ ਕਿ ਪਹਿਲਾਂ ਜ਼ਿਕਰ ਹੋ ਚੁੱਕਾ ਹੈ ਕਿ ਸਿੰਘ ਸਾਹਿਬਾਨ ਤੇ ਅਕਾਲੀ ਆਗੂਆਂ ਨੂੰ ਦਰਬਾਰ ਸਾਹਿਬ ਉੱਤੇ ਇੰਨੇ ਭਿਆਨਕ ਫੌਜੀ ਹਮਲੇ ਦੀ ਉੱਕਾ ਹੀ ਉਮੀਦ ਨਹੀਂ ਸੀ। ਪਹਿਲਾਂ ਉਹਨਾਂ ਦੇ ਅੰਤਰਮੁਖੀ ਮਨ ਨੇ ਇਸ ਹਮਲੇ ਦੀ ਸੰਭਾਵਨਾ ਤੋਂ ਹੀ ਇਨਕਾਰ ਕਰੀ ਰੱਖਿਆ ਸੀ ਅਤੇ ਜਦ ਇਹ ਸੰਭਾਵਨਾ ਅਮਲ ਵਿੱਚ ਸਾਕਾਰ ਹੋ ਗਈ ਤਾਂ ਉਹ ਪੂਰੀ ਤਰ੍ਹਾਂ ਬੌਂਦਲ ਕੇ ਰਹਿ ਗਏ ਸਨ। ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ। ਉਹਨਾਂ ਅੰਦਰ ਹਮਲੇ ਦੇ ਤਰਕਪੂਰਨ ਨਤੀਜਿਆਂ ਦਾ ਸਾਹਮਣਾ ਕਰਨ ਦਾ ਬੌਧਿਕ ਤੇ ਨੈਤਿਕ ਤਾਣ ਨਹੀਂ ਸੀ। ਜਿਹੜੀ ਗੱਲ ਨਿਊਯਾਰਕ ਦੇ ਡਾਕਟਰ ਗੁਰਚਰਨ ਸਿੰਘ ਨੇ ਸੌਖ ਨਾਲ ਬੁੱਝ ਲਈ ਤੇ ਭਰੇ ਇਕੱਠ ਵਿੱਚ ਸਹਿਜ ਤੇ ਅਡੋਲਤਾ ਨਾਲ ਕਹਿ ਦਿੱਤੀ ਸੀ, ਅਕਾਲੀ ਆਗੂਆਂ ਨੂੰ ਤੇ ਨਾਲ ਹੀ ਸਿੰਘ ਸਾਹਿਬਾਨ ਨੂੰ ਵੀ ਉਹ ਗੱਲ ਮਨ ਦੇ ਅੰਦਰ ਸੋਚਣ ਤੋਂ ਵੀ ਭੈ ਆਉਂਦਾ ਸੀ। ਅਜਿਹਾ ਇੱਕ ਵੀ ਪ੍ਰਮਾਣ ਨਹੀਂ ਮਿਲਦਾ ਜਿਸ ਤੋਂ ਅਕਾਲੀ ਆਗੂਆਂ ਅਤੇ ਜਾਂ ਸਿੰਘ ਸਾਹਿਬਾਨ ਦੁਆਰਾ ਹਮਲੇ ਤੋਂ ਬਾਅਦ ਸਿੱਖ ਕੌਮ ਦੇ ਸਾਹਮਣੇ ਪੈਦਾ ਹੋਈ ਨਵੀਂ ਸਥਿਤੀ ਬਾਰੇ ਅਤੇ ਇਸ ਦੀ ਰੌਸ਼ਨੀ ਵਿੱਚ ਸਿੱਖ ਕੌਮ ਵੱਲੋਂ ਧਾਰਨ ਕੀਤੀ ਜਾਣ ਵਾਲੀ ਨਵੀਂ ਸਿਧਾਂਤਕ ਸੇਧ ਤੇ ਅਮਲੀ ਕਾਰਜਨੀਤੀ ਬਾਰੇ ਡੂੰਘੀ ਤੇ ਗਹਿਰ ਗੰਭੀਰ ਸੋਚ ਵਿਚਾਰ ਕੀਤੇ ਜਾਣ ਦੀ ਕੰਸੋ ਮਿਲਦੀ ਹੋਵੇ। ਇਸ ਕਰਕੇ ਉਹਨਾਂ ਦੇ ਸਾਹਮਣੇ ਜਦ ਵੀ ਕੋਈ ਅਹਿਮ ਫੈਸਲਾ ਲੈਣ ਦੀ ਨੌਬਤ ਪੈਦਾ ਹੋਈ ਤਾਂ ਉਹਨਾਂ ਦਾ ਜਵਾਬੀ ਕਰਮ ਚੇਤਨ ਘੱਟ ਇੰਸਟਿੰਕਟਿਵ ਜ਼ਿਆਦਾ ਸਾਬਤ ਹੋਇਆ। ਮਿਸਾਲ ਵਜੋਂ 7 ਜੂਨ ਦੀ ਸਵੇਰ ਨੂੰ ਮੂੰਹ ਹਨੇਰੇ ਹੀ ਜਨਰਲ ਕੁਲਦੀਪ ਸਿੰਘ ਬਰਾੜ ਦੀ ਹਦਾਇਤ ਤੇ ਕੁਝ ਫੌਜੀਆਂ ਨੇ ਜਦ ਗਿਆਨੀ ਸਾਹਿਬ ਸਿੰਘ ਦੇ ਘਰ ਸ਼ਹੀਦ ਬੁੰਗਾ ਗਲੀ ਜਾ ਕੇ ਉਸ ਨੂੰ ਹਰਿਮੰਦਰ ਸਾਹਿਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਸ਼ਬਦ ਕੀਰਤਨ ਆਰੰਭ ਕਰਨ ਦਾ ਹੁਕਮ ਫਰਮਾਇਆ ਤਾਂ ਉਸਨੇ ਬਿਨਾਂ ਕੋਈ ਉਜਰ ਕੀਤੇ ਸਿੱਖਾਂ ਦੇ ਕਾਤਲਾਂ ਦਾ ਇਹ ਹੁਕਮ ਸਿਰ ਮੱਥੇ ਪ੍ਰਵਾਨ ਕਰ ਲਿਆ ਅਤੇ ਬਿਨਾਂ ਦੇਰੀ ਕੀਤੇ ਇਸ ਉੱਤੇ ਅਮਲ ਫਰਮਾਉਣਾ ਸ਼ੁਰੂ ਕਰ ਦਿੱਤਾ। ਸਿੰਘ ਸਾਹਿਬ ਨੇ ਇੱਕ ਪਲ ਰੁਕ ਕੇ ਇਹ ਸੋਚਣ ਦੀ ਖੇਚਲ ਨਾ ਕੀਤੀ ਕਿ ਜਿਹੜੀ ਫੌਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵੇਲੇ ਅਤੇ ਹਮਲੇ ਦੀ ਕਾਰਵਾਈ ਦੇ ਦੌਰਾਨ ਸਿੱਖਾਂ ਦੇ ਧਾਰਮਿਕ ਜਜ਼ਬਾਤ ਦੀ ਭੋਰਾ ਜਿੰਨੀ ਵੀ ਪਰਵਾਹ ਨਹੀਂ ਕੀਤੀ ਸੀ ਅਤੇ ਜਿਸ ਨੇ ਸਿਆਣੀ ਉਮਰ ਦੇ ਬਜ਼ੁਰਗਾਂ ਤੋਂ ਲੈ ਕੇ ਦੁੱਧ ਚੁੰਘਦੇ ਮਾਸੂਮਾਂ ਤੱਕ ਨੂੰ ਨਿਰਦਈ-ਪੁਣੇ ਨਾਲ ਗੋਲੀਆਂ ਮਾਰ ਕੇ ਭੁੰਨ ਦਿੱਤਾ ਸੀ, ਉਸ ਫੌਜ ਅੰਦਰ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਚਾਲੂ ਕਰਨ ਦਾ ਅਚਾਨਕ ਇੰਨਾ ਫਿਕਰ ਕਿਵੇਂ ਜਾਗ ਉੱਠਿਆ ਸੀ। ਇਸ ਪਿੱਛੇ ਉਹਨਾਂ ਦੀ ਕੀ ਸੋਚ ਤੇ ਮਨਸ਼ਾ ਕੰਮ ਕਰਦੀ ਹੋ ਸਕਦੀ ਸੀ ਅਤੇ ਸਿੰਘ ਸਾਹਿਬਾਨ ਦੁਆਰਾ ਇਸ ਮਾਮਲੇ ਵਿੱਚ ਜ਼ਾਲਮ ਫੌਜ ਦਾ ਹੱਥ ਵਟਾਉਣਾ ਕਿੰਨਾ ਕੁ ਵਾਜਬ ਬਣਦਾ ਸੀ। ਸਿੰਘ ਸਾਹਿਬ ਨੇ ਇਹਨਾਂ ਸਵਾਲਾਂ ਉੱਤੇ ਗੌਰ ਕਰਨ ਦੀ ਉੱਕਾ ਹੀ ਕੋਈ ਲੋੜ ਨਾ ਸਮਝੀ ਅਤੇ ਉਹ ਉਸ ਵੇਲੇ ਫੌਜੀਆਂ ਨਾਲ ਹਰਿਮੰਦਰ ਸਾਹਿਬ ਵੱਲ ਰਵਾਨਾ ਹੋ ਗਏ। ਉਹ ਲਹੂ ਲੁਹਾਨ ਹੋਈ ਤੇ ਸਿੱਖਾਂ ਦੀਆਂ ਲਾਸ਼ਾਂ ਨਾਲ ਭਰੀ ਹੋਈ ਪਰਿਕਰਮਾ ਵਿੱਚ ਬੋਚ-ਬੋਚ ਕੇ ਪੈਰ ਧਰਦੇ ਹੋਏ
जद दर्शनी ड्योढ़ी लागे पुजे तो देखा कि दर्शनी ड्योढ़ी के हेठां ते उपर भारी गिनती विच फौजी बूटां समेत ही खड़े सन ते बीड़ियां सिगरटां पी रहे सन अते किसी सिख की सूरत देखदियां ही गंदियां गालां कड्ढण लग पैंदे सन। उन्हां सिंह साहिब नूं भी गालां तो नहीं बख्शिया सी, परंतु सिंह साहिब पावन गुरु घर की घोर बेअदबी तो लैके अपने निजी अपमान तक सारा कुछ चुपचाप जर गए सन। उन्होंने फौजियां नाल रल के हरमंदर साहिब के गलीचे झाड़े ते फर्श की सफाई की अते फिर फौजियां की इच्छा पूरी करने लई गुरुद्वारा लाची बेरी वाली श्री गुरु ग्रंथ साहिब जी की बीड़ लिया के प्रकाश किया। उस दे उपरंत शब्द कीर्तन आरंभ करने लई सिंह साहिब होरां ने फौजी अफसरां दे नाल जाके फौज द्वारा फड़ के परिक्रमा विच बिठाए ਸਿੰਘਾਂ विचों अपने मतलब दे रागियां पाठियां ते सेवादारां दी शनाख्त की ਅਤੇ ਉਹਨਾਂ ਨੂੰ फौज की हिरासत तो मुक्त करा के उन्हां कोलों बंदूकां दे साए हेठ शब्द कीर्तन आरंभ करवाया गया। उस वेले अचानक कितों आकाशवाणी रेडियो के कर्मचारी भी आ टपके ते उन्हां काली नाल सारे इंतजाम करके 8 जून की सवेर नूं 4:30 बजे तो लैके 6 बजे तक श्री हरमंदर साहिब तो आसा जी दी वार दा कीर्तन आकाशवाणी के जलंधर केंद्र तो रिले किया। पिछों अनाउंसर ने दस्सिया कि अज तो आकाशवाणी जलंधर श्री दरबार साहिब अमृतसर तो रोजाना सवेरे 4:30 तो 6 बजे तक अते शामी 5 तो 5:30 बजे तक शब्द कीर्तन का सीधा प्रोग्राम रिले करिया करेगा। यह सारा उद्यम सरकार ने किसी सच्ची सुच्ची भावना चो नहीं, दरबार साहिब के हालात बारे सिख जगत नूं गुमराह करन दे खोटे मंतव नाल कीता सी। पर आकाशवाणी तो कीर्तन सुन के ज़्यादातर सिखां ने यही अंदाज़ा लाया कि रिले किते जा रहा कीर्तन जां तां किते पहलां ही रिकार्ड किया होया सी अते जां फिर यह फौज द्वारा अपने ही किसी रागी जथे कोलों करवाया जा रहा सी। उस मनहूस घड़ी विच जद भारतीय फौज द्वारा दरबार साहिब भवन समूह के अंदर सिखां दे वहशियाना कतलेआम का सिलसिला अजे बदसतूर चल रहा सी, सिख इस गल की कल्पना भी नहीं कर सकते सन कि दरबार साहिब के हालात बारे उन्होंने मूर्ख बनाउण दी इस कोशिश विच सिंह साहिबान वर्गियां माणयोग धार्मिक हस्तियां भी आम सरकारी कर्मचारियों की तरह ही सिखां दे कातलों का खुल के हथ वटा सकदियां सन। ज्ञानी साहिब सिंह जी ने 13 जून नूं दूरदर्शन तो एक इंटरव्यू विच सरकार द्वारा शब्द कीर्तन रिले किए जाण दी कार्रवाई की भरपूर सराहना की सी। कोठा साहिब ठीक ठाक है, गल इकल्ले ज्ञानी साहिब सिंह दी नहीं सी। श्री अकाल तख्त साहिब के जथेदार ज्ञानी किरपाल सिंह अते श्रोमणी गुरुद्वारा प्रबंधक कमेटी के उच्चे दर्जे के अधिकारियों का रोल भी इस नालों अलग जां बेहतर नहीं सी। श्रोमणी गुरुद्वारा प्रबंधक कमेटी के तत्काली मीत सकत्तर सरदार कुलवंत सिंह ने उस संकट भरे समय दौरान इन्हां धार्मिक शख्सियतां द्वारा सरकारी अधिकारियों नूं दिते गए वडमुले सहयोग के तत्थ का जिक्र इन्हां लफ्ज़ां विच कीता है। इस समय कोई सियासी लीडर सरकार नाल गल करन दा हिया नहीं सी कर सकदा। इस मंतव लई सरकार ने धार्मिक शख्सियतां नाल ही मेल शुरू किया। सरकार ने जथेदार श्री अकाल तख्त साहिब, हैड ग्रंथी श्री दरबार साहिब अते बाकी सिंह साहिबानां नाल सलाह मशवरा जारी रखिया कि माहौल नूं किस तरह शांत किया जाए। सरदार बूटा सिंह जो उस समय भारत के गृह मंत्री सन, इस संबंध च अगे अगे सन। सरदार भान सिंह सकत्तर अते सरदार अविनाशी सिंह पीए फौज की देख रेख विच उन्हां नूं सलाहां दे रहे सन। इन्हां सारियां दी सलाह नाल एक बयान तैयार करके सिंह साहिब ज्ञानी किरपाल सिंह जथेदार श्री अकाल तख्त साहिब नूं टीवी ते प्रसारण लई दिता गया, जिहड़ा कि रात दीयां खबरां समय पढ़िया गया। बाद विच इस बयान का प्रसारण रेडियो तो भी किया गया। विदेशों विच भी भारतीय सफारतखानिਆਂ ਵੱਲੋਂ भारत सरकार के पक्ष की प्रचारबाजी लई इस बयान की व्यापक पैमाने ते वरतों की गई। इस बयान ने सिख पंथ अंदर यकदम एक लांबू जिहा ला दिता। बयान सुणदियां ही सिखां दे बच्चे बच्चे ने सिंह साहिब नूं बुरा भला कहना शुरू कर दिता। कौम अंदर सिंह साहिब के खिलाफ नफरत का व्यापक माहौल पैदा हो गया सी। सिख जगत अंदर बेहद सन्मानी जाती पदवी ते बैठी एक धार्मिक हस्ती के खिलाफ इस कदर आप मुहारे विरोध का तूफान खड़ा हो जाना बहुत ही अणहोणी गल सी। सिखां दे इतिहास अंदर अजिही गल पहलां कदे नहीं वापरी सी। यह भाणा क्यों वापरिया? यह सवाल बहुत अहम है। इस सवाल के जवाब विचों ना सिर्फ सिख कौम की तत्काली राजनीतिक ते मनोविग्यानक दशा का सही अक्स उभर आउंदा है, नाल ही उस मौके समय की कुख अंदर पल रहे भविख के राजसी तूफाना की आहट भी सुनी जा सकती है। सब तो पहला जो सवाल खड़ा हुंदा है वह यह है कि यह बयान देण की नौबत किवें पैदा हुई।
कि यह बयान सिंह साहिब होरां ने अपनी मर्जी नाल दिता सी जां उन्हां कोलों फौजी अधिकारियों ने जोरो जबरी दवाया सी। यह बयान देण दा मूल उद्देश ते मनोरथ की सी? इस बारे ज्ञानी कृपाल सिंह ने अपनी सफाई पेश करते हुए लिखा है कि उस वेले सारे पंजाब दे पिंडां विच यह अफवाह फैल गई सी कि फौज ने श्री हरमंदर साहिब ढा के सरोवर विच सुट दिता है। करोड़ों रुपए की मालीयत का तोशाखाना फौज लुट के लै गई है। श्री अकाल तख्त तोपां ते टैंकां दे गोले मार के ढह ढेरी कर दिता है। इस अफवाह नूं सच मन के पिंडां दे आम सिख ते खास करके नौजवान जज्बाती हो के किरपानां बरछियां लाठियां आदि लैके जथे बना के श्री हरमंदर साहिब ते श्री अकाल तख्त की रखिया हित अमृतसर वाल चल पए सन अते जगह जगह फौज दीआं गोलियां का शिकार हो गए सन। ज्ञानी कृपाल सिंह का कहना है कि इस स्थिति के मद्देनज़र 10 ते 11 जून तक सारे इलाकों तो आए सिंघां ने सानू आपो अपने इलाके दीआं खबरां सुनाईयां ते नाल ही सब ने कहा कि इस अफवाह कारण जज्बात च आके हर सिख मरन लई तैयार है। जथे बना के आउंदे ते मरदे जांदे हन। कौम के नौजवानों नूं अजाई मरन तो बचाओ। तुसीं जिम्मेवार हो। सरकार के कहण ते लोकां नूं यकीन नहीं आउंदा, ना ही किसी लीडर के कहण ते लोकां ने यकीन करना है। तुसीं बतौर श्री अकाल तख्त के जथेदार दे सही बयान दिओ जो रेडियो ते टीवी ते सुनाया जावे तां जाके कौम का बचाव होवेगा। अमृतसर के पतवंते शहरी सिखां वल्लों श्रोमणी कमेटी के मैंबरां सिंह सभा सोसाइटियां के मुखियां ते होरनां वल्लों भी यह उपरोक्त सुझाव दिता गया। इस तरह इन्हां सारियां दे जोर देण ते अते इन्हां सारियां वल्लों सोच विचार के सांझे तौर ते यह बयान तैयार किया गया सी। सो ज्ञानी कृपाल सिंह जी का दावा है कि यह बयान उन्हां सरकार के कहण ते जां सरकार के दबाव हेठ आके नहीं दिता सी, बल्कि सिख कौम के वड्डे हिस्सों वालों मंग करन उत्ते उन्हां दी रजा के अनुसार स्वै इच्छा नाल दिता सी अते इसका उद्देश हमले दौरान दरबार साहिब भवन समूह दे होए नुकसान बारे सिख कौम नूं झूठियां अफवाहां तो सुचेत करना अते कौम के नौजवानों नूं अजाई मरण तो बचाउणा सी। ज्ञानी जी के उपरोक्त स्पष्टीकरण विच कई सारे घापे ते सुराख हैं। इस बयान नूं दलील ते तत्काली राजनीतिक यथार्थ की कसौटी उत्ते रख के परखिया जावे तां सिंह साहिब होरां दी सच्चाई ते सूझ काबलियत दोनों बारे ही मन अंदर तिखे शंके के सवाल खड़े हो जाते हैं। ज्ञानी जी ने खुद अपनी उपरोक्त लिखत अंदर ही तत्काली राजनीतिक यथार्थ की जो तस्वीर खिंची है वह यह सी। पंजाब विच मुकम्मल फौजी राज सी। दरबार साहिब कंपलैक्स दे विच ते चार चुफेरे नादरशाही लुट मची हुई सी। अजिहे समय विच सिख रोस भी प्रगट नहीं कर सकते सन, अपने दुखड़े भी नहीं सुना सकते सन। उन्हां पर फौज वालों ढाए जा रहे अन्ने तशद्दद ते जुल्म बारे भी कुछ नहीं कहा दसिया जा सकता सी। सच बोलन की भी आग्या नहीं सी, जदों कि इस दे उल्ट सरकारी प्रचार माध्यम रेडियो टीवी लगातार सिखां विरुद्ध जहरीला प्रापेगंडा कर रहा सी। जे कोई सच कहण जां लिखण की दलेरी करदा सी तां उसनूं पकड़ के अणमिथे समय लई जेल विच डक दिता जांदा सी। जेकर हकीकत यह सी तां हाकमां ने सिंह साहिब नूं सरकारी प्रचार साधना टीवी अते रेडियो उत्तों सच बोलण की इजाजत किवें दे दित्ती सी। उन्हां नूं सच कहण की दलेरी दिखाउण बदले पकड़ के अणमिथे समय लई जेल विच क्यों नहीं सी डक दिता गया। जे यह कहा जावे कि सरकार सिंह साहिबान दे अहुदे की झेप मन गई सी तां तत्थ इस दी उक्का ही हामी नहीं भरदे। तत्थ यह कहते हैं कि सरकारी अधिकारियों ते फौजी अफसरां उत्ते सिंह साहिबान के रुतबे का रत्ती भर भी कोई रोब नहीं सी। फौजी अमला फैला सिंह साहिबान नाल अत दर्जे के अपमानजनक ढंगां नाल पेश आ रहा सी। उन्हां नूं गंदियां गालां कड्ढण तक तो संकोच नहीं सी किया गया। सिंह साहिबान पल्ले इन्नी सत्या नहीं सी कि वह फौजियां नूं हरमंदर साहिब की पवित्र हदूद के अंदर सिगरटां बीड़ियां पीण तो वरज सकते। हालत इत्थों तक निगर गई सी कि श्री अकाल तख्त साहिब के जथेदार ज्ञानी कृपाल सिंह जी की कोठी के उपर CRP के जवान खड़े सिगरटां पी रहे सन अते सिंह साहिब उन्हां नूं टोकण की हिम्मत नहीं सी जुटा सके। फिर इस स्थिति के मद्देनज़र यह गल भला किवें मन लई जावे कि ज्ञानी कृपाल सिंह ने जो बयान दिता वह सरकार की रजा नाल नहीं निरोल अपनी मर्जी नाल दिता सी। बयान की जांच परख कीतियां मसला होर साफ हो जाता है। ज्ञानी कृपाल सिंह जी भरपूर विश्वास नाल लिखते हैं कि मैं पूरे दावे नाल कह सकदा हाँ कि मेरे इस बयान का अखर अखर सच है।
शायद ਉਹ ਝੂਠ नहीं बोलते क्योंकि बयान ਵਿੱਚ जो ਅਤੇ ਜਿੰਨੀ ਕੁ ਗੱਲ ਕਹੀ ਗਈ ਹੈ ਉਹ ਵਾਕਿਆ ਹੀ ਅੱਖਰ ਅੱਖਰ ਸੱਚ ਹੋ ਸਕਦੀ ਹੈ। ਪਰ ਸਿਆਣਿਆਂ ਦਾ ਕਥਨ ਹੈ ਕਿ ਕਿਸੇ ਲਿਖਤ ਦਾ ਹਕੀਕੀ ਮੁਲਾਂਕਣ ਕਰਨ ਲਈ ਸਿਰਫ ਇਹ ਦੇਖਣਾ ਕਾਫੀ ਨਹੀਂ ਹੁੰਦਾ ਕਿ ਉਸ ਵਿੱਚ ਕੀ ਲਿਖਿਆ ਹੋਇਆ ਹੈ, ਨਾਲ ਹੀ ਇਹ ਵੀ ਦੇਖਣਾ ਹੁੰਦਾ ਹੈ ਕਿ ਉਹ ਕੀ ਹੈ ਜੋ ਲਿਖਿਆ ਨਹੀਂ ਗਿਆ, ਕਿਉਂਕਿ ਕੁਝ ਗੱਲਾਂ ਲਿਖ ਦੇਣ ਤੇ ਕੁਝ ਨੂੰ ਛੱਡ ਦੇਣ ਜਾਂ ਛੁਪਾ ਲੈਣ ਪਿੱਛੇ ਹਮੇਸ਼ਾ ਹੀ ਕੋਈ ਨਿਸ਼ਚਿਤ ਸੋਚ ਅਥਵਾ ਰਾਜਨੀਤੀ ਕੰਮ ਕਰ ਰਹੀ ਹੁੰਦੀ ਹੈ। ਸੱਚ ਦੀਆਂ ਲੱਤਾਂ ਬਾਹਾਂ ਵੱਢ ਦੇਣ ਨਾਲ ਉਹ ਪੂਰਾ ਤੇ ਅਸਲੀ ਸੱਚ ਨਹੀਂ ਰਹਿ ਜਾਂਦਾ, ਉਹ ਲੂਲਾ ਹੋ ਜਾਂਦਾ ਹੈ। ਇਸ ਕਰਕੇ ਸੱਚ ਨੂੰ ਲੂਲਾ ਬਣਾ ਕੇ ਪੇਸ਼ ਕਰਨ ਪਿੱਛੇ ਕੰਮ ਕਰਦੇ ਮਨੋਰਥਾਂ ਨੂੰ ਬੁੱਝਣਾ ਸੱਚ ਨੂੰ ਜਾਣਨ ਦੇ ਅਮਲ ਦਾ ਹੀ ਹਿੱਸਾ ਹੁੰਦਾ ਹੈ। ਇਸ ਸੰਦਰਭ ਵਿੱਚ ਹੀ ਗਿਆਨੀ ਕਿਰਪਾਲ ਸਿੰਘ ਜੀ ਦੇ ਬਿਆਨ ਦਾ ਸਹੀ ਮੁਲਾਂਕਣ ਕੀਤਾ ਜਾ ਸਕਦਾ ਹੈ। ਬਿਆਨ ਦੇ ਪਹਿਲੇ ਪਹਿਰੇ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਦੇ ਤੱਥ ਨੂੰ ਇੱਕੋ ਹੀ ਵਾਕ ਦੇ ਜ਼ਰੀਏ ਬਹੁਤ ਹੀ ਸਰਸਰੀ ਤੇ ਪੋਲੇ ਜਿਹੇ ਲਹਿਜੇ ਵਿੱਚ ਪ੍ਰਵਾਨ ਅਤੇ ਬਿਆਨ ਕੀਤਾ ਗਿਆ ਸੀ। ਹਮਲੇ ਦੀ ਸਿੱਧੀ ਨਿੰਦਿਆ ਕਰਨ ਦੀ ਥਾਵੇਂ ਇਸ ਉੱਤੇ ਦੁੱਖ ਤੇ ਅਫਸੋਸ ਹੀ ਪ੍ਰਗਟ ਕੀਤਾ ਗਿਆ ਸੀ, ਜਿਸ ਉੱਤੇ ਕਿਸੇ ਨੂੰ ਵੀ ਇੱਥੋਂ ਤੱਕ ਕਿ ਇੰਦਰਾ ਗਾਂਧੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਹੋ ਸਕਦਾ। ਹਮਲੇ ਦੇ ਲਈ ਕਿਸੇ ਧਿਰ ਨੂੰ ਦੋਸ਼ੀ ਠਹਿਰਾਉਣ ਤੋਂ ਮੁਕੰਮਲ ਟਾਲਾ ਵੱਟਿਆ ਗਿਆ ਸੀ। ਦੂਜੇ ਪਹਿਰੇ ਵਿੱਚ ਦਰਬਾਰ ਸਾਹਿਬ ਭਵਨ ਸਮੂਹ ਨੂੰ ਪੁੱਜੇ ਨੁਕਸਾਨ ਦੇ ਤੱਥ ਨੂੰ ਇਸ ਤਰ੍ਹਾਂ ਫਿਲਟਰ ਕਰਕੇ ਪੇਸ਼ ਕੀਤਾ ਗਿਆ ਸੀ ਕਿ ਸੁਣਨ ਵਾਲੇ ਦੇ ਮਨ ਉੱਤੇ ਇਸ ਦਾ ਜ਼ਿਆਦਾ ਤਿੱਖਾ ਅਸਰ ਨਾ ਪਏ। ਇੱਕ ਤਾਂ ਹੋਏ ਨੁਕਸਾਨ ਦੀ ਗੱਲ ਕਰਨ ਦੇ ਨਾਲੋਂ ਨਾਲ ਹੋਏ ਬਚਾਅ ਦਾ ਵੇਰਵਾ ਪਾਉਣ ਤੋਂ ਉਕਾਈ ਨਹੀਂ ਸੀ ਕੀਤੀ ਗਈ। ਦੂਜਾ ਜੋ ਨੁਕਸਾਨ ਹੋਇਆ ਸੀ ਉਸ ਦੀ ਗੱਲ ਮਲਵੀ ਜਿਹੀ ਜੀਭ ਨਾਲ ਕੀਤੀ ਗਈ ਸੀ, ਪਰ ਜਿਹੜਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ ਉਸ ਨੂੰ ਪੂਰਾ ਉਭਾਰ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਸੀ। ਜਿਵੇਂ ਇਹ ਸ਼ਬਦ ਵਰਤੇ ਗਏ ਸਨ ਕਿ ਕੀਮਤੀ ਚਾਨਣੀ ਸੜ ਗਈ ਹੈ, ਪਰ ਸ਼੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸਕ ਤੋਸ਼ਾਖਾਨਾ ਠੀਕ ਹੈ, ਉਸ ਨੂੰ ਸਾਡੇ ਰਾਹੀਂ ਸੀਲ ਕਰਕੇ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਦਾ ਜੋ ਭਾਰੀ ਨੁਕਸਾਨ ਹੋਇਆ ਹੈ ਉਸ ਦਾ ਸਾਨੂੰ ਸਾਰਿਆਂ ਨੂੰ ਭਾਰੀ ਦੁੱਖ ਹੋਇਆ ਹੈ। ਕੋਠਾ ਸਾਹਿਬ ਬਿਲਕੁਲ ਠੀਕ ਹੈ, ਕੁਝ ਗੋਲੀਆਂ ਵੱਜੀਆਂ ਹਨ, ਪਰ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਠੀਕ ਹੈ। ਇਸ ਦੇ ਝੱਟ ਬਾਅਦ ਹਿੰਦੂਆਂ ਤੇ ਸਿੱਖਾਂ ਦੀਆਂ ਸਦੀਆਂ ਪੁਰਾਣੀ ਸਾਂਝ ਦਾ ਰਵਾਇਤੀ ਰਾਗ ਅਲਾਪਿਆ ਗਿਆ ਸੀ ਅਤੇ ਅਖੀਰ ਦੇ ਵਿੱਚ ਸੰਗਤਾਂ ਨੂੰ ਛੇਤੀ ਤੋਂ ਛੇਤੀ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਕਰਨ ਦੇ ਸੁਖਾਵੇਂ ਹਾਲਾਤ ਮੁਹੱਈਆ ਕਰਨ ਦਾ ਵਿਸ਼ਵਾਸ ਤੇ ਧਰਵਾਸ ਦਿੱਤਾ ਗਿਆ ਸੀ। ਬਿਆਨ ਕਿਸ ਮਨੋਰਥ ਨਾਲ ਦਿੱਤਾ ਗਿਆ ਸੀ? ਗਿਆਨੀ ਜੀ ਸਫਾਈ ਦਿੰਦੇ ਹੋਏ ਲਿਖਦੇ ਹਨ ਕਿ ਮੇਰੇ ਉਪਰੋਕਤ ਬਿਆਨ ਜਾਰੀ ਕਰਨ ਦਾ ਮੁੱਖ ਮਨੋਰਥ ਜੋ ਛਿੱਲੇ ਤੇ ਨਿਹੱਥੇ ਨੌਜਵਾਨ ਸਿੰਘਾਂ ਦਾ ਫੌਜੀਆਂ ਹੱਥੋਂ ਅਜਾਈਂ ਹੋਰ ਖੂਨ ਡੁੱਲਣੋਂ ਬਚਾਉਣਾ ਸੀ ਤੇ ਸਹੀ ਹਾਲਾਤ ਦੱਸ ਕੇ ਅਫਵਾਹਾਂ ਤੋਂ ਸਾਵਧਾਨ ਕਰਨਾ ਸੀ। ਇਸ ਬਿਆਨ ਦਾ ਪ੍ਰਸਾਰਣ 12 ਜੂਨ ਦੀ ਰਾਤ ਨੂੰ ਕੀਤਾ ਗਿਆ ਸੀ ਅਤੇ ਉਦੋਂ ਤੱਕ ਸਿੱਖਾਂ ਵੱਲੋਂ ਤੈਸ਼ ਵਿੱਚ ਆ ਕੇ ਅੰਮ੍ਰਿਤਸਰ ਪਹੁੰਚਣ ਦਾ ਸਿਲਸਿਲਾ ਲਗਭਗ ਪੂਰੀ ਤਰ੍ਹਾਂ ਥੰਮ ਚੁੱਕਾ ਸੀ। ਇਸ ਦੀ ਇੱਕ ਵਜ੍ਹਾ ਸਰਕਾਰ ਦੁਆਰਾ ਇਸ ਰੁਝਾਨ ਨੂੰ ਠੱਲ ਪਾਉਣ ਲਈ ਫੌਜੀ ਤਾਕਤ ਦੀ ਕੀਤੀ ਗਈ ਬੇਦਰੇਗ ਵਰਤੋਂ ਸੀ। ਦੂਜਾ ਸਿੱਖਾਂ ਦਾ ਇਹ ਪ੍ਰਤੀਕਰਮ ਤਟਫਟ ਤੇ ਆਪ ਮੁਹਾਰਾ ਸੀ। ਅਜਿਹਾ ਆਪ ਮੁਹਾਰਾ ਪ੍ਰਤੀਕਰਮ ਕਦੇ ਵੀ ਬਹੁਤਾ ਦੇਰ ਪਾ ਨਹੀਂ ਹੋਇਆ ਕਰਦਾ, ਖਾਸ ਕਰਕੇ ਜਦੋਂ ਰਾਜ ਹਰ ਲਿਹਾਜ਼ ਨਾਲ ਬੇਹੱਦ ਸ਼ਕਤੀਸ਼ਾਲੀ ਹੋਵੇ ਅਤੇ ਉਸ ਦੁਆਰਾ ਇਸ ਰੁਝਾਨ ਨੂੰ ਬੇਮੇਚੀ ਤਾਕਤ ਦੇ ਜ਼ਰੀਏ ਨਿਰਦਈ ਪੁਣੇ ਨਾਲ ਕੁਚਲ ਦੇਣ ਦੇ ਵਿਆਪਕ ਪ੍ਰਬੰਧ ਕਰ ਰੱਖੇ ਗਏ ਹੋਣ ਤਾਂ ਇਹ ਮੁਕਾਬਲਤਨ ਜਲਦੀ ਹੀ ਦਮ ਤੋੜ ਜਾਂਦਾ ਹੈ। ਸੋ ਇਸ ਸੰਦਰਭ ਵਿੱਚ ਵੇਖਿਆ ਗਿਆਨੀ ਜੀ ਵੱਲੋਂ ਦਰਸਾਇਆ ਗਿਆ ਬਿਆਨ ਦਾ ਮਨੋਰਥ ਯਥਾਰਥਕ ਪੱਖ ਤੋਂ ਪ੍ਰਸੰਗ ਉਚਿਤ ਪ੍ਰਤੀਤ ਨਹੀਂ ਹੁੰਦਾ। ਜਿੱਥੋਂ ਤੱਕ ਸਿੱਖ ਜਨਤਾ ਨੂੰ ਅਫਵਾਹਾਂ ਤੋਂ ਸਾਵਧਾਨ ਕਰਨ ਦੀ ਗੱਲ ਹੈ, ਇਹ ਬੋਲੀ ਤੇ ਸੋਚ ਭਾਰਤੀ ਹਾਕਮਾਂ ਦੀ ਸੀ ਜਿਨ੍ਹਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਾਲ ਸਿੱਖਾਂ ਦੀ ਅਨੋਖੀ ਪ੍ਰੀਤ ਦੀ ਸਮਝ ਨਹੀਂ ਸੀ ਅਤੇ ਇਸ ਵਜ੍ਹਾ ਕਰਕੇ ਜਿਨ੍ਹਾਂ ਨੂੰ ਹਮਲੇ ਵਿਰੁੱਧ ਪੈਦਾ ਹੋਏ ਸਿੱਖ ਪ੍ਰਤੀਕਰਮ ਦੀ ਕੈਲਕੂਲਸ ਸਮਝ ਨਹੀਂ ਸੀ ਪੈ ਰਹੀ। ਉਹਨਾਂ ਦੀ ਧਾਰਨਾ ਇਹ ਸੀ ਕਿ ਦਰਬਾਰ ਸਾਹਿਬ ਉੱਤੇ ਹਮਲੇ ਦੀ ਘਟਨਾ ਆਪਣੇ ਆਪ ਵਿੱਚ ਸਿੱਖਾਂ ਦੇ ਭੜਕਣ ਦੀ ਵਜ੍ਹਾ ਨਹੀਂ ਸੀ ਬਣੀ। ਉਹਨਾਂ ਮੁਤਾਬਕ ਇਹ ਅੱਗ ਵੱਧ ਉਹਨਾਂ ਅਫਵਾਹਾਂ ਨੇ ਲਾਈ ਸੀ ਜਿਨ੍ਹਾਂ ਨੇ ਸਿੱਖਾਂ ਦੇ ਮਨਾਂ ਅੰਦਰ ਹਮਲੇ ਦੌਰਾਨ ਹੋਏ ਨੁਕਸਾਨ ਦਾ ਹਕੀਕਤ ਨਾਲੋਂ ਕਿਤੇ ਜ਼ਿਆਦਾ ਵਧਵਾਂ ਪ੍ਰਭਾਵ ਪੈਦਾ ਕਰ ਦਿੱਤਾ ਸੀ। ਇਸ ਕਰਕੇ ਉਹਨਾਂ ਸੋਚਿਆ ਸੀ ਕਿ ਜੇਕਰ ਸਿੱਖ ਜਨਤਾ ਨੂੰ ਇਹਨਾਂ ਅਫਵਾਹਾਂ ਦੀ ਹਕੀਕਤ ਤੋਂ ਜਾਣੂ ਕਰਵਾ ਦਿੱਤਾ ਜਾਵੇ ਤਾਂ ਇਹ ਅੱਗ ਆਪਣੇ ਆਪ ਠੰਡੀ ਹੋ ਜਾਵੇਗੀ। ਇਸ ਆਸ਼ੇ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਆਪਣੇ ਪੱਧਰ ਤੇ ਵੀ ਪ੍ਰਚਾਰ ਦੀ ਵਿਆਪਕ ਮੁਹਿੰਮ ਚਲਾ ਰੱਖੀ ਹੋਈ ਸੀ। ਗਿਆਨੀ ਜੀ ਦੇ ਬਿਆਨ ਦੇ ਪ੍ਰਸਾਰਣ ਦੇ ਤੀਸਰੇ ਦਿਨ 14 ਜੂਨ ਸਰਕਾਰ ਨੇ ਚੰਡੀਗੜ੍ਹ ਤੇ ਹੋਰਨਾਂ ਥਾਵਾਂ ਤੋਂ ਕਾਂਗਰਸੀ ਸਿੱਖਾਂ ਨੂੰ ਹਵਾਈ ਜਹਾਜ਼ ਰਾਹੀਂ ਲਿਆ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਏ ਸਨ ਅਤੇ ਉਪਰੰਤ ਇਹਨਾਂ ਕਾਂਗਰਸੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਇਹ ਪ੍ਰਚਾਰ ਕਰੋ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁੱਜਾ।
ਬਾਅਦ ਵਿੱਚ ਸਰਕਾਰ ਵੱਲੋਂ ਪਿੰਡਾਂ ਵਿੱਚੋਂ 94 ਲੋਕਾਂ ਨੂੰ ਬੱਸਾਂ ਰਾਹੀਂ ਅੰਮ੍ਰਿਤਸਰ ਲਿਆ ਕੇ ਉਹਨਾਂ ਨੂੰ ਫੌਜੀ ਨਿਗਰਾਨੀ ਹੇਠ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਸਿਲਸਿਲਾ ਲਗਾਤਾਰ ਹਫ਼ਤਿਆਂ ਬੱਧੀ ਜਾਰੀ ਰੱਖਿਆ ਗਿਆ ਸੀ। ਪਰ ਸਰਕਾਰੀ ਝੂਠ ਹੋਣ ਕਰਕੇ ਇਹ ਪ੍ਰਚਾਰ ਸਿੱਖਾਂ ਅੰਦਰ ਕਾਟ ਨਹੀਂ ਸੀ ਕਰਦਾ। ਇਸ ਕਰਕੇ ਆਪਣੇ ਹੱਥੀਂ ਲਾਈ ਅੱਗ ਉੱਤੇ ਹੁਣ ਠੰਡਾ ਛਿੜਕਣ ਦੇ ਕਪਟ ਪੂਰਨ ਯਤਨਾਂ ਵਿੱਚ ਭਾਰਤੀ ਹਾਕਮਾਂ ਨੂੰ ਸਿੰਘ ਸਾਹਿਬਾਨ ਦੇ ਸਹਿਯੋਗ ਦੀ ਭਾਰੀ ਲੋੜ ਆਣ ਪਈ ਸੀ। ਉਹਨਾਂ ਇਹ ਸੋਚਿਆ ਸੀ ਕਿ ਸਿੰਘ ਸਾਹਿਬਾਨ ਦੇ ਮੂੰਹੋਂ ਬੋਲੇ ਗਏ ਝੂਠ ਨੂੰ ਸਿੱਖ ਸੱਤ ਬਚਨ ਕਹਿ ਕੇ ਪ੍ਰਵਾਨ ਕਰ ਲੈਣਗੇ। ਇਹ ਫੁਰਨਾ ਸਭ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਨੂੰ ਔੜਿਆ ਸੀ। ਉਸ ਦੇ ਸੁਝਾਅ ਦੇਣ ਤੇ ਹੀ ਦੂਰਦਰਸ਼ਨ ਨੇ ਸਿੰਘ ਸਾਹਿਬ ਕੋਲੋਂ ਇੰਟਰਵਿਊ ਲਈ ਪਹੁੰਚ ਕੀਤੀ ਸੀ ਅਤੇ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਬਾਰੇ ਮੰਤਰੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਾਜ਼ਾ ਤਰੀਨ ਫੋਟੋਆਂ ਖਿੱਚ ਕੇ ਉਹਨਾਂ ਦਾ ਵਿਦੇਸ਼ਾਂ ਵਿੱਚ ਵਿਆਪਕ ਪੱਧਰ ਤੇ ਪ੍ਰਚਾਰ ਪ੍ਰਸਾਰ ਕਰਨ ਦੀ ਮੱਤ ਵੀ ਉਸ ਨੇ ਹੀ ਸੁਝਾਈ ਸੀ। ਪਰ ਹੋਰਨਾਂ ਗੱਲਾਂ ਵਾਂਗ ਇਹ ਗੱਲ ਵੀ ਭਾਰਤੀ ਹਾਕਮਾਂ ਦੇ ਮਨ ਦਾ ਝੂਠਾ ਵਹਿਮ ਸਾਬਤ ਹੋਈ। ਗਿਆਨੀ ਕਿਰਪਾਲ ਸਿੰਘ ਦੇ ਇਸ ਬਿਆਨ ਦਾ ਸਿੱਖ ਜਨਤਾ ਉੱਤੇ ਜੋ ਅਸਰ ਹੋਇਆ ਉਸ ਦਾ ਵਰਣਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਸਰਦਾਰ ਕੁਲਵੰਤ ਸਿੰਘ ਮੀਤ ਸਕੱਤਰ ਨੇ ਇਸ ਤਰ੍ਹਾਂ ਕੀਤਾ ਹੈ। ਖਬਰਾਂ ਸੁਣਨ ਤੋਂ ਪਿੱਛੋਂ ਜਦੋਂ ਅਸੀਂ ਮੁਹੱਲੇ ਵਾਲੇ ਘਰਾਂ ਤੋਂ ਬਾਹਰ ਨਿਕਲੇ ਤਾਂ ਖਾਸ ਕਰਕੇ ਨੌਜਵਾਨਾਂ ਨੇ ਸਾਨੂੰ ਸੁਣਾ ਕੇ ਆਵਾਜ਼ਾਂ ਕੱਸੀਆਂ ਕਿ ਤੁਹਾਡੇ ਜਥੇਦਾਰ ਸਾਹਿਬ ਤਾਂ ਕਹਿੰਦੇ ਪਏ ਹਨ ਕਿ ਕੋਠਾ ਸਾਹਿਬ ਠੀਕ ਠਾਕ ਹੈ। ਗੱਲ ਕੀ ਇੱਕ ਨਫ਼ਰਤ ਭਰਿਆ ਮਾਹੌਲ ਪੈਦਾ ਹੋ ਗਿਆ। ਸੱਚ ਤਾਂ ਇਹ ਹੈ ਕਿ ਅਸੀਂ ਵੀ ਸਾਰੇ ਇਹਨਾਂ ਸ਼ਬਦਾਂ ਦੇ ਉਚਾਰਨ ਤੋਂ ਔਖਿਆਈ ਮਹਿਸੂਸ ਕਰ ਰਹੇ ਸਾਂ। ਸੰਗਤਾਂ ਵਿੱਚ ਇਹਨਾਂ ਸ਼ਬਦਾਂ ਦਾ ਤਿੱਖਾ ਵਿਰੋਧ ਜਾਗਿਆ। ਦੂਰੋਂ ਵੇਖ ਕੇ ਹੀ ਜਥੇਦਾਰ ਜੀ ਪ੍ਰਤੀ ਆਵਾਜ਼ਾਂ ਕੱਸੀਆਂ ਜਾਣ ਲੱਗੀਆਂ, ਕੋਠਾ ਸਾਹਿਬ ਠੀਕ ਠਾਕ ਹੈ। ਇਸ ਦੇ ਸਿੱਟੇ ਵਜੋਂ ਭੜਕੇ ਨੌਜਵਾਨਾਂ ਨੇ ਜਥੇਦਾਰ ਸਾਹਿਬ ਤੇ ਗੋਲੀਆਂ ਚਲਾਈਆਂ ਤੇ ਲੁਧਿਆਣਾ ਜ਼ਿਲ੍ਹੇ ਵਿੱਚ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਸਿੰਘ ਸਾਹਿਬਾਨ ਤੇ ਉਹਨਾਂ ਦੇ ਸ਼ੁਭ ਚਿੰਤਕ ਇਸ ਬਿਆਨ ਬਾਰੇ ਲਗਾਤਾਰ ਇਹ ਸਫਾਈਆਂ ਦਿੰਦੇ ਰਹੇ ਕਿ ਬਿਆਨ ਵਿੱਚ ਕੋਈ ਵੀ ਗੱਲ ਅਜਿਹੀ ਨਹੀਂ ਸੀ ਕਹੀ ਗਈ ਜੋ ਤੱਥ ਦੇ ਤੌਰ ਤੇ ਸਹੀ ਨਹੀਂ ਸੀ। ਪਰ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਗੱਲ ਨਿਰੀ ਤੱਥਾਂ ਦੀ ਸੱਚਾਈ ਦੀ ਨਹੀਂ ਹੁੰਦੀ, ਤੱਥਾਂ ਨਾਲੋਂ ਵੱਧ ਮਨ ਦੀ ਸੱਚਾਈ ਦੀ ਹੁੰਦੀ ਹੈ। ਬਿਆਨ ਕੀਤੇ ਤੱਥ ਆਪਣੀ ਥਾਵੇਂ ਸਹੀ ਹੋ ਸਕਦੇ ਹਨ, ਪਰ ਜੇਕਰ ਤੱਥਾਂ ਦੀ ਬਿਆਨਕਾਰੀ ਦੇ ਪਿੱਛੇ ਕੰਮ ਕਰਦੀ ਭਾਵਨਾ ਤੇ ਮਨੋਰਥ ਸ਼ੁੱਧ ਨਾ ਹੋਣ ਤਾਂ ਇਸ ਦਾ ਅਸਰ ਉਲਟਾ ਹੋ ਜਾਂਦਾ ਹੈ। ਗਿਆਨੀ ਕਿਰਪਾਲ ਸਿੰਘ ਦੇ ਬਿਆਨ ਦੇ ਮਾਮਲੇ ਵਿੱਚ ਇਹੋ ਗੱਲ ਹੋਈ ਸੀ ਅਤੇ ਗੱਲ ਇਸ ਬਿਆਨ ਨਾਲ ਹੀ ਠੱਪ ਨਹੀਂ ਸੀ ਹੋ ਗਈ। ਇਸ ਬਿਆਨ ਤੋਂ ਅਗਲੇ ਹੀ ਦਿਨ ਦੂਰਦਰਸ਼ਨ ਤੋਂ ਪ੍ਰਸਾਰਿਤ ਕੀਤੀ ਗਈ ਇੱਕ ਇੰਟਰਵਿਊ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਭਾਨ ਸਿੰਘ ਨੇ ਗਿਆਨੀ ਜੀ ਦੁਆਰਾ ਕਈਆਂ ਗੱਲਾਂ ਦੀ ਪੁਰਜ਼ੋਰ ਪ੍ਰੋੜਤਾ ਕੀਤੀ। ਇਸ ਤਰ੍ਹਾਂ ਘਟਨਾਵਾਂ ਦੇ ਸਮੁੱਚੇ ਵੇਰਵੇ ਤੋਂ ਇਸ ਬਾਰੇ ਕੋਈ ਸ਼ੱਕ ਸੁਭਾ ਨਹੀਂ ਰਹਿ ਜਾਂਦਾ ਕਿ ਇਹ ਸਾਰੀ ਬਿਆਨਬਾਜ਼ੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਕਾਰਵਾਈ ਦੇ ਵਿਨਾਸ਼ਕਾਰੀ ਨਤੀਜਿਆਂ ਬਾਰੇ ਭਾਰਤੀ ਹਾਕਮਾਂ ਦੁਆਰਾ ਸਿੱਖ ਜਨਤਾ ਦੇ ਮਨਾਂ ਨੂੰ ਗੁੰਮਰਾਹ ਕਰਨ ਦੇ ਵਿਆਪਕ ਅਤੇ ਵਿਉਂਤਬੱਧ ਯਤਨਾਂ ਦੀ ਹੀ ਇੱਕ ਕੜੀ ਸੀ, ਜਿਸ ਵਿੱਚ ਸਿੰਘ ਸਾਹਿਬਾਨ, ਗਿਆਨੀ ਕਿਰਪਾਲ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਸਰਦਾਰ ਭਾਨ ਸਿੰਘ ਤੇ ਸਰਦਾਰ ਅਬਿਨਾਸ਼ੀ ਸਿੰਘ ਨੇ ਆਪੋ ਆਪਣੇ ਕਾਰਨਾਂ ਕਰਕੇ ਉਸ ਵਿਸ਼ੇਸ਼ ਮੌਕੇ ਸਰਕਾਰੀ ਧਿਰ ਦਾ ਸਰਗਰਮ ਪੱਖ ਪੂਰਿਆ। ਇਸ ਕਰਕੇ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਇਸ ਮਾਮਲੇ ਬਾਰੇ ਜੋ ਲਿਖਿਆ ਹੈ ਉਹ ਪੂਰਾ ਸਹੀ ਨਹੀਂ ਹੈ। ਉਸ ਵਿੱਚ ਸੱਚਾਈ, ਇਮਾਨਦਾਰੀ ਤੇ ਸਿਧਾਂਤਕ ਸ਼ੁੱਧਤਾ ਦੀ ਘਾਟ ਸਾਫ਼ ਨਜ਼ਰ ਆਉਂਦੀ ਹੈ। ਉਹਨਾਂ ਨੇ ਆਪਣੇ ਚੰਗੇ ਪੱਖ ਨੂੰ ਤਾਂ ਖੂਬ ਉਭਾਰ ਕੇ ਪੇਸ਼ ਕੀਤਾ ਹੈ, ਪਰੰਤੂ ਆਪਣੇ ਮੰਦੇ ਪੱਖ ਨੂੰ ਜਾਂ ਤਾਂ ਉੱਕਾ ਹੀ ਛੁਪਾਉਣ ਦੇ ਯਤਨ ਕੀਤੇ ਗਏ ਹਨ ਅਤੇ ਜਾਂ ਇਸ ਦਾ ਬਹੁਤ ਹੀ ਨਿਤਾਣਾ ਸਿਧਾਂਤਕ ਡਿਫੈਂਸ ਖੜਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਖਲਾਕੀ ਤੇ ਸਿਧਾਂਤਕ ਪਹਿਲੂ ਸਿੰਘ ਸਾਹਿਬਾਨ ਦੁਆਰਾ ਨਿਭਾਏ ਗਏ ਇਸ ਰੋਲ ਬਾਰੇ ਇਹ ਅਹਿਮ ਸਵਾਲ ਖੜਾ ਹੁੰਦਾ ਹੈ ਕਿ ਉਹਨਾਂ ਇਹ ਸਭ ਕੁਝ ਕਿਉਂ, ਅਰਥਾਤ ਕਿਸ ਸੋਚ ਤੇ ਮਕਸਦ ਨੂੰ ਸਾਹਮਣੇ ਰੱਖ ਕੇ ਕੀਤਾ। ਕੀ ਇਹ ਉਹਨਾਂ ਸੁਚੇਤ ਰੂਪ ਵਿੱਚ ਅਤੇ ਸਵੈ ਇੱਛਾ ਨਾਲ ਕੀਤਾ ਜਾਂ ਉਹਨਾਂ ਨੂੰ ਹਕੂਮਤੀ ਦਬਾਅ ਹੇਠ ਆ ਕੇ ਮਜਬੂਰੀ ਵੱਸ ਕਰਨਾ ਪਿਆ। ਇਸ ਨੂੰ ਉਹਨਾਂ ਦੀ ਬਦਨੀਤੀ, ਬਦਦਿਆਨਤਦਾਰੀ, ਬੁਜ਼ਦਿਲੀ ਤੇ ਬੇਸਮਝੀ ਚੋਂ ਕਿਹੜਾ ਨਾਂ ਦਿੱਤਾ ਜਾਵੇ। ਉਸ ਵੇਲੇ ਖੌਲ ਦੇ ਜਜ਼ਬਾਤਾਂ ਦੇ ਮਾਹੌਲ ਵਿੱਚ ਇਸ ਕਿਸਮ ਦੇ ਡੂੰਘੇ ਤੇ ਗੁੰਝਲਦਾਰ ਸਵਾਲਾਂ ਉੱਤੇ ਠੰਡੇ ਦਿਲੋਂ ਦਿਮਾਗ ਨਾਲ ਵਿਚਾਰ ਕਰ ਸਕਣਾ ਸੰਭਵ ਨਹੀਂ ਸੀ। ਉਸ ਮਾਹੌਲ ਅੰਦਰ ਅਜਿਹੀਆਂ ਜ਼ਿੰਮੇਵਾਰ ਤੇ ਸਤਿਕਾਰਯੋਗ ਪਦਵੀਆਂ ਤੇ ਬੈਠੇ ਵਿਅਕਤੀਆਂ ਦੀ ਰਤਾ ਜਿੰਨੀ ਵੀ ਥੜਕਣ ਤੇ ਕਮਜ਼ੋਰੀ ਕੌਮ ਨੂੰ ਗਵਾਰਾ ਨਹੀਂ ਸੀ। ਉਸ ਵੇਲੇ ਸਿੱਖ ਕੌਮ ਦਾ ਬਹੁਤ ਕੁਝ, ਉਸ ਦੀ ਇੱਜ਼ਤ, ਆਬਰੂ, ਸ਼ਾਨ, ਸਵੈਮਾਣ ਤੇ ਵਕਾਰ ਸਭ ਕੁਝ ਦਾਅ ਤੇ ਲੱਗਾ ਹੋਇਆ ਸੀ। ਇਸ ਕਰਕੇ ਉਸ ਮਾਹੌਲ ਵਿੱਚ ਆਗੂਆਂ ਦੇ ਮਨ ਦੀ ਕਮਜ਼ੋਰੀ ਵੀ ਇੱਕ ਨਾ ਖਿਮਾਯੋਗ ਅਪਰਾਧ ਸਮਝਿਆ ਗਿਆ ਅਤੇ ਇਸ ਮੁਤਾਬਕ ਹੀ ਸਜ਼ਾਵਾਂ ਨਿਰਧਾਰਿਤ ਕੀਤੀਆਂ ਗਈਆਂ।
ਪਰ ਹੁਣ ਜਦੋਂ कि ਪੁਲਾਂ ਦੇ ਹੇਠ ਦੀ ਬਹੁਤ ਸਾਰਾ ਪਾਣੀ ਹੀ ਨਹੀਂ ਸਗੋਂ ਢੇਰ ਸਾਰਾ ਲਹੂ ਵਗ ਚੁੱਕਾ ਹੈ ਤਾਂ ਅਜਿਹੇ ਸਵਾਲਾਂ ਤੇ ਮਸਲਿਆਂ ਉੱਤੇ ਠੰਡੇ ਸ਼ਾਂਤ ਹਿਰਦਿਆਂ ਨਾਲ ਗਹਿਰ ਤੇ ਗੰਭੀਰ ਵਿਚਾਰਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਇਤਿਹਾਸ ਵਿੱਚ ਕੌਮਾਂ ਦੇ ਸਫ਼ਰ ਦੌਰਾਨ ਪਤਾ ਨਹੀਂ ਅਜਿਹੇ ਹੋਣੀ ਭਰੇ ਮੋੜ ਅਚਾਨਕ ਫਿਰ ਕਦੋਂ ਆ ਟਪਕਣ। ਵਿਦਵਾਨਾਂ ਦਾ ਕਥਨ ਹੈ ਕਿ ਜਿਹੜੀ ਕੌਮ ਆਪਣੇ ਬੀਤੇ ਦੇ ਨਾ ਪੱਖੀ ਤਜਰਬਿਆਂ ਕੋਲੋਂ ਸਬਕ ਗ੍ਰਹਿਣ ਨਹੀਂ ਕਰਦੀ, ਉਹ ਭਵਿੱਖ ਅੰਦਰ ਇਹਨਾਂ ਤਜਰਬਿਆਂ ਨੂੰ ਮੁੜ ਪਹਿਲਾਂ ਨਾਲੋਂ ਵੀ ਮਾੜੇ ਰੂਪ ਵਿੱਚ ਦੁਹਰਾਉਣ ਲਈ ਸਰਾਪੀ ਜਾਂਦੀ ਹੈ। ਉਸ ਵਿਸ਼ੇਸ਼ ਮਾਹੌਲ ਵਿੱਚ ਸਿੰਘ ਸਾਹਿਬਾਨ ਅਤੇ ਰਵਾਇਤੀ ਅਕਾਲੀ ਆਗੂਆਂ ਦੀ ਹਰ ਥੜਕਣ ਤੇ ਕਮਜ਼ੋਰੀ ਨੂੰ ਜ਼ਿਆਦਾ ਕਰਕੇ ਉਹਨਾਂ ਦੇ ਇਖਲਾਕੀ ਪਹਿਲੂ ਨਾਲ ਹੀ ਜੋੜ ਕੇ ਦੇਖਿਆ ਗਿਆ। ਇਸ ਨੂੰ ਉਹਨਾਂ ਦੇ ਸਿਧਾਂਤਕ ਨਜ਼ਰੀਏ ਨਾਲ ਜੋੜ ਕੇ ਵੇਖਣ ਤੇ ਸਮਝਣ ਦੇ ਯਤਨ ਬਹੁਤ ਘੱਟ ਹੋਏ। ਹਕੀਕਤ ਵਿੱਚ ਅਕਾਲੀ ਆਗੂਆਂ ਤੇ ਸਿੰਘ ਸਾਹਿਬਾਨ ਹੋਰਾਂ ਦੀਆਂ ਨੈਤਿਕ ਕਮਜ਼ੋਰੀਆਂ ਦੇ ਲੜ ਉਹਨਾਂ ਦੀਆਂ ਸਿਧਾਂਤਕ ਤਰੁੱਟੀਆਂ ਨਾਲ ਗੂੜੀ ਤਰ੍ਹਾਂ ਉਲਝੇ ਹੋਏ ਸਨ। ਮਿਸਾਲ ਵਜੋਂ ਭਾਰਤੀ ਹਾਕਮਾਂ ਵੱਲੋਂ ਦਰਬਾਰ ਸਾਹਿਬ ਉੱਤੇ ਫੌਜੀ ਹੱਲਾ ਬੋਲ ਦੇਣ ਦਾ ਬੱਜਰ ਗੁਨਾਹ ਕਰਨ ਉਪਰੰਤ ਵੀ ਅਕਾਲੀ ਆਗੂਆਂ ਨੇ ਭਾਰਤੀ ਰਾਜ ਤੇ ਹਿੰਦੂ ਹਾਕਮ ਵਰਗ ਦੇ ਹਕੀਕੀ ਕਿਰਦਾਰ ਅਤੇ ਭਾਰਤੀ ਰਾਜ ਅੰਦਰ ਸਿੱਖ ਕੌਮ ਦੀ ਸਥਿਤੀ ਤੇ ਤਕਦੀਰ ਦੇ ਬਾਰੇ ਵਿੱਚ ਆਪਣੀਆਂ ਪਹਿਲੀਆਂ ਸਿਧਾਂਤਕ ਧਾਰਨਾਵਾਂ ਵਿੱਚ ਕੋਈ ਬੁਨਿਆਦੀ ਰੱਦੋ-ਬਦਲ ਕਰਨ ਦੀ ਲੋੜ ਮਹਿਸੂਸ ਨਹੀਂ ਕੀਤੀ ਸੀ। ਅਸਲ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਦੀ ਘਟਨਾ ਨੂੰ ਉਹਨਾਂ ਨੇ ਭਾਰਤੀ ਹਾਕਮਾਂ ਵੱਲੋਂ ਸਿੱਖਾਂ ਨਾਲ ਕੀਤੀ ਗਈ ਇੱਕ ਹੋਰ ਵਧੀਕੀ ਵਜੋਂ ਹੀ ਦੇਖਿਆ ਸੀ। ਉਹਨਾਂ ਲਈ ਇਹ ਜ਼ੁਲਮੀ ਵਾਰਦਾਤ ਪਹਿਲੀਆਂ ਨਾਲੋਂ ਸਿਰਫ ਮਾਤਰਾ ਜਾਂ ਦਰਜੇ ਵਿੱਚ ਹੀ ਵੱਡੀ ਅਥਵਾ ਵੱਧ ਦਰਦਨਾਕ ਸੀ। ਇਸ ਨਾਲ ਸਿੱਖ ਕੌਮ ਸਾਹਮਣੇ ਸਿਫਤੀ ਤੌਰ ਤੇ ਨਵੀਂ ਹਾਲਤ ਪੈਦਾ ਹੋ ਜਾਣ ਦੀ ਹਕੀਕਤ ਉਹਨਾਂ ਦੇ ਗੇੜ ਵਿੱਚ ਨਹੀਂ ਸੀ ਆਈ, ਜਾਂ ਇਸ ਗੱਲ ਦਾ ਉਹਨਾਂ ਨੂੰ ਜੇਕਰ ਕੋਈ ਅਹਿਸਾਸ ਹੋਇਆ ਵੀ ਤਾਂ ਉਹ ਇੰਨਾ ਪੇਤਲਾ ਸੀ ਕਿ ਇਹ ਉਹਨਾਂ ਦੀ ਰੂਹ ਵਿੱਚ ਡੂੰਘਾ ਨਾ ਉਤਰ ਸਕਿਆ। ਇਸ ਨੇ ਉਹਨਾਂ ਦੀ ਚੇਤਨਾ ਉੱਤੇ ਕੋਈ ਵੀ ਗਹਿਰਾ ਤੇ ਚਿਰਸਥਾਈ ਪ੍ਰਭਾਵ ਨਾ ਛੱਡਿਆ। ਸਿੱਟਾ ਇਹ ਨਿਕਲਿਆ ਕਿ ਹਮਲੇ ਦੇ ਬਾਵਜੂਦ ਅਕਾਲੀ ਆਗੂਆਂ ਦੀ ਸਿਧਾਂਤਕ ਸੋਚਣੀ ਅਤੇ ਉਹਨਾਂ ਦੇ ਰਾਜਨੀਤਿਕ ਚਰਿੱਤਰ ਤੇ ਚਾਲ ਢਾਲ ਵਿੱਚ ਕੋਈ ਸਿਫਤੀ ਬਦਲਾਅ ਨਾ ਆਇਆ। ਉਹ ਨਵੀਂ ਹਾਲਤ ਨੂੰ ਪੁਰਾਣੀ ਦ੍ਰਿਸ਼ਟੀ ਨਾਲ ਹੀ ਵੇਖਦੇ ਰਹੇ। ਉਹਨਾਂ ਦੀ ਸਾਰੀ ਸਰਗਰਮੀ ਹਮਲੇ ਤੋਂ ਪਹਿਲਾਂ ਵਾਲੀ ਹਾਲਤ ਬਹਾਲ ਕਰਨ ਦੇ ਉਦੇਸ਼ ਦੁਆਲੇ ਹੀ ਘੁੰਮਦੀ ਰਹੀ। ਭਾਰਤੀ ਹਾਕਮਾਂ ਦੀਆਂ ਵਧੀਕੀਆਂ ਤੇ ਬੇਇਨਸਾਫੀਆਂ ਦੇ ਵਿਰੁੱਧ ਉਹ ਇੱਕ ਹੱਦ ਤੱਕ ਅੜਦੇ ਤੇ ਲੜਦੇ ਜ਼ਰੂਰ ਰਹੇ, ਪਰੰਤੂ ਇਹ ਕੁਝ ਕਰਦੇ ਹੋਏ ਵੀ ਉਹਨਾਂ ਹਰ ਮੌਕੇ ਅਤੇ ਹਰ ਮਾਮਲੇ ਵਿੱਚ ਆਪਣੇ ਰਾਜਸੀ ਸਵਾਰਥ ਨੂੰ ਮੂਹਰੇ ਰੱਖਣ ਦੀ ਆਪਣੀ ਜੱਦੀ ਆਦਤ ਤੇ ਬਿਰਤੀ ਨਹੀਂ ਸੀ ਤਿਆਗੀ। ਇਸ ਵਜ੍ਹਾ ਕਰਕੇ ਹਮਲੇ ਤੋਂ ਬਾਅਦ ਸਿੰਘ ਸਾਹਿਬਾਨ ਭਾਰਤੀ ਹਾਕਮਾਂ ਨਾਲ ਕਿਸੇ ਵੀ ਕਿਸਮ ਦਾ ਮੇਲ ਮਿਲਾਪ ਨਾ ਰੱਖਣ ਅਤੇ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਸਹਿਯੋਗ ਨਾ ਦੇਣ ਦਾ ਅਡੋਲ ਪੈਂਤੜਾ ਧਾਰਨ ਨਹੀਂ ਕਰ ਸਕਦੇ ਸਨ, ਕਿਉਂਕਿ ਅਜਿਹਾ ਅਡੋਲ ਪੈਂਤੜਾ ਧਾਰਨ ਕਰਨ ਲਈ ਇਕੱਲਾ ਨੈਤਿਕ ਜੇਰਾ ਹੀ ਨਹੀਂ ਸੀ ਲੋੜੀਂਦਾ। ਇਸ ਦੇ ਵਾਸਤੇ ਆਪਣੀਆਂ ਕੁਝ ਬੁਨਿਆਦੀ ਸਿਧਾਂਤਕ ਧਾਰਨਾਵਾਂ ਦੇ ਬੰਧਨਾਂ ਤੋਂ ਮੁਕਤ ਹੋਣਾ ਪਹਿਲੀ ਤੇ ਜ਼ਰੂਰੀ ਲੋੜ ਸੀ। ਸਿੱਖ ਪੰਥ ਅੰਦਰਲੇ ਜਿਨ੍ਹਾਂ ਵਰਗਾਂ ਨੇ ਭਾਰਤੀ ਰਾਜ ਦੇ ਗਲਬੇ ਤੋਂ ਪੂਰਨ ਤੌਰ ਤੇ ਮੁਕਤ ਹੋਣ, ਅਰਥਾਤ ਆਪਣਾ ਵੱਖਰਾ ਤੇ ਸੁਤੰਤਰ ਰਾਜ ਸਥਾਪਿਤ ਕਰਨ ਦੀ ਆਪਸ਼ਨ ਦੇ ਦਰ ਸਵੈ ਮਰਜ਼ੀ ਨਾਲ ਹੀ ਪੱਕੇ ਤੌਰ ਤੇ ਬੰਦ ਕਰ ਰੱਖੇ ਹੋਏ ਸਨ, ਉਹ ਭਾਰਤੀ ਰਾਜ ਤੋਂ ਨਾਬਰ ਹੋਣ ਦਾ ਨੈਤਿਕ ਸਾਹਸ ਨਹੀਂ ਸੀ ਜੁਟਾ ਸਕਦੇ। ਭਾਰਤੀ ਹਾਕਮਾਂ ਦੇ ਖਿਲਾਫ ਲੱਖਾਂ ਇਤਰਾਜ਼ਾਂ ਤੇ ਰੋਸਿਆਂ ਦੇ ਬਾਵਜੂਦ ਉਹਨਾਂ ਨਾਲ ਸਮਝੌਤਾ ਤੇ ਸਹਿਯੋਗ ਕਰਕੇ ਚੱਲਣਾ ਇਹਨਾਂ ਸਿੱਖ ਵਰਗਾਂ ਦੀ ਮਜਬੂਰੀ ਤੇ ਨਾਲ ਹੀ ਆਦਤ ਜਿਹੀ ਵੀ ਬਣ ਗਈ ਸੀ। ਉਹ ਇਸ ਨਾਲੋਂ ਵੱਖਰਾ ਰਾਹ ਅਖਤਿਆਰ ਨਹੀਂ ਕਰ ਸਕਦੇ ਸਨ। ਉਹਨਾਂ ਅੰਦਰ ਪੰਥਕ ਜਜ਼ਬਾ ਭਾਵੇਂ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਸੀ ਹੋਇਆ, ਪਰ ਇਹ ਪੂਰਾ ਸ਼ੁੱਧ ਨਹੀਂ ਰਿਹਾ ਸੀ। ਇਸ ਵਜ੍ਹਾ ਕਰਕੇ ਆਪਣੇ ਵਿਅਕਤੀਗਤ ਸਵੈ ਸਨਮਾਨ ਦੇ ਨਾਲ ਹੀ ਉਹ ਸਿੱਖ ਕੌਮ ਦੀ ਸਮੂਹਕ ਆਨ ਤੇ ਸ਼ਾਨ ਦੀ ਪੂਰੀ ਦ੍ਰਿੜਤਾ ਤੇ ਧੜੱਲੇ ਨਾਲ ਰੱਖਿਆ ਨਹੀਂ ਕਰ ਸਕਦੇ ਸਨ। ਇਸ ਨਾਲ ਪੈਰ ਪੈਰ ਤੇ ਸਮਝੌਤਾ ਕਰਨਾ ਉਹਨਾਂ ਦਾ ਦੁਰਭਾਗ ਬਣ ਗਿਆ ਸੀ, ਜਿਸ ਸਦਕਾ ਉਹ ਨਿੱਜੀ ਰੂਪ ਵਿੱਚ ਅਤੇ ਸਮੂਹਿਕ ਕੌਮੀ ਪੱਧਰ ਤੇ ਵੀ ਭਾਰਤੀ ਹਾਕਮਾਂ ਹੱਥੋਂ ਅਪਮਾਨ ਸਹਿਣ ਦੇ ਆਦੀ ਹੋ ਗਏ ਸਨ। ਇਹੀ ਵਜ੍ਹਾ ਸੀ ਕਿ ਉਸ ਵੇਲੇ ਵੀ ਜਦੋਂ ਭਾਰਤੀ ਫੌਜ ਦੁਆਰਾ ਦਰਬਾਰ ਸਾਹਿਬ ਭਵਨ ਸਮੂਹ ਦੇ ਅੰਦਰ ਨਿਹੱਥੇ ਤੇ ਨਿਰਦੋਸ਼ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ ਅਤੇ ਲਹੂ ਤਿਹਾਏ ਫੌਜੀ ਨਾ ਸਿਰਫ ਪਵਿੱਤਰ ਪ੍ਰਕਰਮਾਂ ਦੇ ਅੰਦਰ ਬੂਟਾਂ ਸਮੇਤ ਦੰਦਨਾਉਂਦੇ ਫਿਰ ਰਹੇ ਸਨ, ਸਗੋਂ ਉਹ ਹੰਕਾਰ ਤੇ ਬਦਲੇ ਦੀ ਭਾਵਨਾ ਨਾਲ ਦਰਸ਼ਨੀ ਡਿਓਢੀ ਅੰਦਰ ਸਿਗਰਟਾਂ ਪੀਣ ਵਰਗੀਆਂ ਅੱਤ ਦਰਜੇ ਦੀਆਂ ਭੜਕਾਊ ਹਰਕਤਾਂ ਕਰ ਰਹੇ ਸਨ। ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੂੰ ਉਸ ਅਵਸਥਾ ਵਿੱਚ ਫੌਜੀ ਜਰਨੈਲਾਂ ਦੀਆਂ ਇੱਛਾਵਾਂ ਦਾ ਪਾਲਣ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੋਈ ਸੀ।
ਅਣਖ ਤੇ ਸਵੈ ਸਨਮਾਨ ਇਹ ਮੰਗ ਕਰਦੇ ਸਨ ਕਿ ਅਜਿਹੀ ਹਾਲਤ ਵਿੱਚ ਸਿੰਘ ਸਾਹਿਬ ਫੌਜੀ ਅਫਸਰਾਂ ਨੂੰ ਤੋੜ ਕੇ ਜਵਾਬ ਦੇ ਦਿੰਦੇ ਅਤੇ ਜਿੰਨਾ ਚਿਰ ਕਤਲੋਗਾਰ ਦਾ ਸਿਲਸਿਲਾ ਬੰਦ ਨਹੀਂ ਸੀ ਹੁੰਦਾ ਤੇ ਫੌਜੀਆਂ ਵੱਲੋਂ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੀਆਂ ਕੋਝੀਆਂ ਹਰਕਤਾਂ ਬੰਦ ਕਰਨ ਦਾ ਪੂਰਨ ਭਰੋਸਾ ਨਹੀਂ ਸੀ ਦਵਾਇਆ ਜਾਂਦਾ, ਉਹਨਾਂ ਚਿਰ ਤੱਕ ਫੌਜੀ ਜਰਨੈਲਾਂ ਨੂੰ ਕਿਸੇ ਵੀ ਰੂਪ ਵਿੱਚ ਸਹਿਯੋਗ ਨਾ ਦੇਣ ਦੀ ਦ੍ਰਿੜ ਪੋਜੀਸ਼ਨ ਲਈ ਜਾਂਦੀ। ਇਸ ਦਾ ਨਤੀਜਾ ਕਰਮ ਕੀ ਹੋਣਾ ਸੀ? ਵੱਧ ਤੋਂ ਵੱਧ ਇਹ ਕਿ ਹੋਰਨਾਂ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਨਾਲ ਹੀ ਸਿੰਘ ਸਾਹਿਬਾਨ ਨੂੰ ਵੀ ਫੜ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ। ਸ਼੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਮਰਿਆਦਾ ਵਿੱਚ ਜੋ ਵਿਘਨ ਪੈ ਗਿਆ ਸੀ, ਭਾਰਤੀ ਹਾਕਮਾਂ ਨੇ ਆਪਣੇ ਪਾਪਾਂ ਨੂੰ ਕੱਜਣ ਲਈ ਉਸ ਦਾ ਆਪੇ ਕੋਈ ਛੇਤੀ ਹੱਲ ਕੱਢ ਲੈਣਾ ਸੀ। ਫੌਜ ਕੋਲ ਆਪਣੇ ਗ੍ਰੰਥੀਆਂ ਤੇ ਰਾਗੀਆਂ ਦੀ ਕਮੀ ਨਹੀਂ ਸੀ ਅਤੇ ਜੇਕਰ ਇਹ ਮਰਿਆਦਾ ਛੇਤੀ ਕਿਤੇ ਬਹਾਲ ਨਾ ਵੀ ਹੋ ਸਕਦੀ ਤਾਂ ਵੀ ਇਹ ਕੋਈ ਅਣਹੋਣੀ ਗੱਲ ਨਹੀਂ ਸੀ ਹੋਣੀ। ਸ਼੍ਰੀ ਹਰਿਮੰਦਰ ਸਾਹਿਬ ਉੱਤੇ ਦੁਸ਼ਮਣ ਫੌਜਾਂ ਦੇ ਹਮਲੇ ਤੇ ਕਬਜ਼ੇ ਦੀ ਸੂਰਤ ਵਿੱਚ ਸਿੱਖਾਂ ਨੇ ਹੋਰਨਾਂ ਦਿਲ ਕੰਬਾਊ ਜ਼ੁਲਮਾਂ ਦੇ ਨਾਲ ਹੀ ਇਸ ਸਦਮੇ ਨੂੰ ਵੀ ਭਾਣਾ ਮੰਨ ਕੇ ਬਰਦਾਸ਼ਤ ਕਰ ਲੈਣਾ ਸੀ। ਇਤਿਹਾਸ ਵਿੱਚ ਪਹਿਲਾਂ ਵੀ ਸਿੱਖ ਕੌਮ ਨਾਲ ਅਨੇਕਾਂ ਵਾਰੀ ਅਜਿਹੇ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ। ਜਦ ਧਾੜਵੀਆਂ ਦੇ ਕਬਜ਼ੇ ਹੇਠ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਲੰਮੇ ਅਰਸੇ ਤੱਕ ਭੰਗ ਹੁੰਦੀ ਰਹੀ, ਪਰ ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਹਮਲਾਵਰਾਂ ਨੂੰ ਆਪਣੇ ਕੀਤੇ ਗਏ ਕੁਕਰਮ ਉੱਤੇ ਪਰਦਾਪੋਸ਼ੀ ਕਰਨ ਦੀ ਇੰਨੀ ਸ਼ਿੱਦਤ ਤੇ ਲੋੜ ਮਹਿਸੂਸ ਹੋਈ ਹੋਵੇ। ਇਹ ਮੱਕਾਰੀ ਸਿਰਫ ਹਿੰਦੂ ਹਾਕਮਾਂ ਦੇ ਹਿੱਸੇ ਆਈ ਸੀ ਅਤੇ ਇਹ ਵੀ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਹਮਲੇ ਤੋਂ ਐਨ ਪਹਿਲਾਂ ਤਾਂ ਇੱਕ ਲਿਖਤੀ ਬਿਆਨ ਅੰਦਰ ਸਿੱਖ ਕੌਮ ਨੂੰ ਹਮਲਾਵਰਾਂ ਦਾ ਮੂੰਹ ਭੰਨਣ ਤੇ ਦੁਸ਼ਟਾਂ ਦਾ ਨਾਸ਼ ਕਰ ਦੇਣ ਦਾ ਜੰਗਜੂ ਸੱਦਾ ਦਿੱਤਾ ਹੋਵੇ ਅਤੇ ਫਿਰ 6 ਦਿਨਾਂ ਬਾਅਦ ਉਹ ਖੁਦ ਹੀ ਹਮਲਾਵਰਾਂ ਤੇ ਦੁਸ਼ਟਾਂ ਦਾ ਹੱਥ ਵਟਾਉਣ ਲਈ ਸਰਗਰਮ ਹੋਇਆ ਫਿਰਦਾ ਹੋਵੇ। ਸਿੰਘ ਸਾਹਿਬ ਦੁਆਰਾ ਦਿਖਾਈ ਗਈ ਇਹ ਇਖਲਾਕੀ ਨਿਰਬਲਤਾ ਨਿਰੋਲ ਉਸਦੇ ਕਮਜ਼ੋਰ ਮਨ ਦੀ ਪੈਦਾਇਸ਼ ਨਹੀਂ ਸੀ। ਸਿਧਾਂਤਕ ਸ਼ੁੱਧਤਾ ਤੇ ਨਿਹਚਾ ਦੀ ਕਮੀ ਵੀ ਇਸ ਦਾ ਇੱਕ ਪ੍ਰਮੁੱਖ ਕਾਰਨ ਸੀ। ਸਿੰਘ ਸਾਹਿਬਾਨ ਤੇ ਅਕਾਲੀ ਆਗੂ ਭਾਰਤੀ ਫੌਜ ਦੁਆਰਾ ਕੀਤੇ ਗਏ ਹਮਲਾ ਦੀ ਤੁਲਨਾ ਭਲੇ ਹੀ ਮੁਗਲਾਂ ਤੇ ਅਫਗਾਨੀਆਂ ਦੇ ਹਮਲਿਆਂ ਨਾਲ ਕਰ ਰਹੇ ਸਨ, ਪਰੰਤੂ ਉਹ ਇਹ ਗੱਲ ਦਿਲੀ ਨਿਹਚਾ ਚੋਂ ਨਹੀਂ ਕਹਿ ਰਹੇ ਸਨ। ਇਹ ਮਹਿਜ਼ ਇੱਕ ਆਦਤਨ ਬਿਆਨਬਾਜ਼ੀ ਸੀ। ਭਾਰਤ ਦੇ ਹਿੰਦੂ ਹਾਕਮਾਂ ਨੂੰ ਉਹਨਾਂ ਨੇ ਜੇਕਰ ਮੁਗਲਾਂ ਤੇ ਅਫਗਾਨੀਆਂ ਵਾਂਗੂ ਹੀ ਗੈਰ ਤੇ ਦੁਸ਼ਮਣ ਸਮਝਿਆ ਹੁੰਦਾ ਤਾਂ ਉਹਨਾਂ ਦਾ ਰਵੱਈਆ ਪ੍ਰਤੱਖ ਰੂਪ ਵਿੱਚ ਬਹੁਤ ਵੱਖਰਾ ਹੋਣਾ ਸੀ। ਜਰਾ ਸੋਚੋ ਕਿ 18ਵੀਂ ਸਦੀ ਵਿੱਚ ਸਿੱਖਾਂ ਦਾ ਕੋਈ ਧਾਰਮਿਕ ਜਾਂ ਰਾਜਨੀਤਿਕ ਆਗੂ ਦਰਬਾਰ ਸਾਹਿਬ ਉੱਤੇ ਕਬਜ਼ਾ ਕਰੀ ਬੈਠੇ ਜ਼ਕਰੀਆ ਖਾਨ, ਲਖਪਤ ਰਾਏ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਜਰਵਾਣਿਆਂ ਦੇ ਨਾਲ ਜ਼ਾਹਰਾ ਜਾਂ ਲੁਕਵੀਆਂ ਮੀਟਿੰਗਾਂ ਕਰਨ ਅਤੇ ਉਹਨਾਂ ਨਾਲ ਕਿਸੇ ਕਿਸਮ ਦਾ ਮੇਲ ਮਿਲਾਪ ਰੱਖਣ ਬਾਰੇ ਸੋਚ ਸਕਦਾ ਸੀ? ਉੱਕਾ ਹੀ ਨਹੀਂ, ਕਿਉਂਕਿ ਮੁਗਲਾਂ ਤੇ ਅਫਗਾਨੀਆਂ ਦੇ ਮੂਲ ਖਾਸੇ ਤੇ ਮਨੋਰਥਾਂ ਬਾਰੇ ਅਤੇ ਉਹਨਾਂ ਨਾਲ ਪੰਥ ਦੇ ਰਿਸ਼ਤੇ ਬਾਰੇ ਸਿੱਖਾਂ ਦੇ ਮਨਾਂ ਅੰਦਰ ਕੋਈ ਰੋਲ ਘਚੋਲਾ ਨਹੀਂ ਸੀ। ਪਰ ਜਿਵੇਂ ਕਿ ਪਹਿਲਾਂ ਜ਼ਿਕਰ ਹੋ ਚੁੱਕਾ ਹੈ, ਭਾਰਤ ਦੇ ਹਿੰਦੂ ਹਾਕਮਾਂ ਦੇ ਮਾਮਲੇ ਵਿੱਚ ਅਕਾਲੀ ਆਗੂਆਂ ਅੰਦਰ ਅਜਿਹੀ ਸਪਸ਼ਟਤਾ ਦਾ ਰੜਕਵਾਂ ਅਭਾਵ ਸੀ। ਇੱਥੇ ਕੁਝ ਵੀ ਸਾਫ਼ ਤੇ ਨਿਖਰਵਾ ਨਹੀਂ ਸੀ, ਨਾ ਦੁਸ਼ਮਣ ਦੇ ਇਰਾਦੇ ਤੇ ਮਨੋਰਥ ਅਤੇ ਨਾ ਲੜਾਈ ਦੇ ਮੁੱਦੇ ਤੇ ਨਿਸ਼ਾਨੇ। ਇਖਲਾਕੀ ਨਿਰਬਲਤਾ ਦੇ ਨਾਲ ਹੀ ਇਸ ਸਿਧਾਂਤਕ ਤੱਥ ਨੇ ਵੀ ਹਮਲੇ ਦੇ ਉਪਰੰਤ ਸਿੰਘ ਸਾਹਿਬਾਨ ਦੇ ਸਮੁੱਚੇ ਆਚਾਰ ਵਿਹਾਰ ਉੱਤੇ ਗਹਿਰਾ ਨਾਪੱਖੀ ਪ੍ਰਭਾਵ ਪਾਇਆ। ਸਿੰਘ ਸਾਹਿਬਾਨ ਸਮੇਂ ਦੀ ਲੋੜ ਤੇ ਮੰਗ ਦੇ ਮੁਤਾਬਕ ਨੈਤਿਕ ਸਡੋਲਤਾ ਤੇ ਸਿਧਾਂਤਕ ਅਡੋਲਤਾ ਦਾ ਪ੍ਰਗਟਾਵਾ ਨਾ ਕਰ ਸਕੇ। ਉਹਨਾਂ ਦੇ ਕਦਮ ਪੈਰ ਪੈਰ ਤੇ ਡਗਮਗਾਉਂਦੇ ਰਹੇ। ਉਹਨਾਂ ਨੇ ਭਾਰਤੀ ਹਾਕਮਾਂ ਦੇ ਸਿੱਖ ਦੋਖੀ ਕਦਮਾਂ ਦਾ ਇੱਕ ਸੀਮਤ ਹੱਦ ਤੱਕ ਵਿਰੋਧ ਵੀ ਕੀਤਾ ਅਤੇ ਕੁਝ ਮੌਕਿਆਂ ਤੇ ਉਹ ਹਕੂਮਤੀ ਦਬਾਅ ਮੰਨਣ ਤੋਂ ਇਨਕਾਰੀ ਵੀ ਹੋਏ, ਪਰ ਉਹਨਾਂ ਦਾ ਇਹ ਵਿਰੋਧ ਤੇ ਇਨਕਾਰ ਉਹਨਾਂ ਦੀ ਦੋਸ਼ਪੂਰਨ ਸਿਧਾਂਤਕ ਸੋਚਣੀ ਦੇ ਨਾਪੱਖੀ ਪ੍ਰਭਾਵਾਂ ਤੋਂ ਸੁਰਖਰੂ ਨਹੀਂ ਸੀ। ਮਿਸਾਲ ਦੇ ਤੌਰ ਤੇ ਫੌਜੀ ਹਮਲੇ ਤੋਂ ਬਾਅਦ ਸਿੰਘ ਸਾਹਿਬਾਨ ਨੇ ਮੌਕੇ ਮੁਤਾਬਕ ਇਹ ਦਰੁਸਤ ਨਿਰਣਾ ਤਾਂ ਕਰ ਲਿਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਵੱਲੋਂ ਸਰਕਾਰੀ ਪੱਖ ਦੇ ਕਿਸੇ ਵੀ ਵਿਅਕਤੀ ਨੂੰ ਸਿਰੋਪਾਓ ਨਾ ਦਿੱਤਾ ਜਾਵੇ, ਜਿਸ ਕਰਕੇ ਗਿਆਨੀ ਜੈਲ ਸਿੰਘ, ਇੰਦਰਾ ਗਾਂਧੀ, ਜਨਰਲ A.S. ਵੈਦਿਆ ਤੇ ਬੂਟਾ ਸਿੰਘ ਆਦਿ ਚੋਂ ਕਿਸੇ ਨੂੰ ਵੀ ਸ਼੍ਰੀ ਦਰਬਾਰ ਸਾਹਿਬ ਪੁੱਜਣ ਤੇ ਸਿਰੋਪਾਓ ਨਹੀਂ ਦਿੱਤੇ ਗਏ ਸਨ। ਪਰੰਤੂ ਇਹ ਸਹਿੰਦਾ ਰੋਸ ਪ੍ਰਗਟਾਉਣ ਤੋਂ ਅੱਗੇ ਸਿੰਘ ਸਾਹਿਬਾਨ ਹੋਰ ਕੋਈ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਹਿੰਮਤ ਨਾ ਜੁਟਾ ਸਕੇ। ਚਾਹੀਦਾ ਇਹ ਸੀ ਕਿ ਹਾਕਮ ਧਿਰ ਦੇ ਕਿਸੇ ਵੀ ਅਹਿਮ ਵਿਅਕਤੀ ਦੇ ਦਰਬਾਰ ਸਾਹਿਬ ਪੁੱਜਣ ਤੇ ਉਸ ਨੂੰ ਮੂੰਹ ਨਾ ਲਾਇਆ ਜਾਂਦਾ, ਭਾਵ ਉਸ ਦਾ ਮੁਕੰਮਲ ਬਾਈਕਾਟ ਕੀਤਾ ਜਾਂਦਾ। ਇਹ ਘੱਟੋ ਘੱਟ ਸਜ਼ਾ ਸੀ ਜੋ ਸਿੰਘ ਸਾਹਿਬਾਨ ਇਹਨਾਂ ਦੋਖੀਆਂ ਨੂੰ ਦੇ ਸਕਦੇ ਸਨ। ਖਾਸ ਤੌਰ ਤੇ ਇੰਦਰਾ ਗਾਂਧੀ ਤੇ ਜਨਰਲ A.S. ਵੈਦਿਆ ਵਰਗੇ ਮਹਾਪਾਪੀ ਤਾਂ ਜ਼ਰੂਰ ਹੀ ਅਜਿਹੀ ਕਰਾਰੀ ਫਟਕਾਰ ਦੇ ਹੱਕਦਾਰ ਸਨ,
पर सिंह साहिबान कोलों इन्ना भी ना सरिया। एडा भारी कहर कर गुजरन तो बाद जद यह पापी हस्तियां अपनी किसी कपट भरी नीति के अधीन अलग अलग तौर पर दरबार साहिब के दर्शनों नूं आईयां तां सिंह साहिबान उन्हां कोल अपणियां वांग रोस जताउंदे अते होए जुल्मां दे रोणे रोंदे रहे जिवें जुल्म करन ते कराउण वाले यह नहीं कोई होर सन। ਗਿਆਨੀ कृपाल सिंह जी की लिखत विचों इस तरह की दाद फरियाद दीआं कई सारियां मिसालां मिलदियां हन, जिवें कि 19 जून नूं भारती फौज के कमांडर इन चीफ जनरल A.S. वैद्या दरबार साहिब के दर्शनों नूं आए। हैड ग्रंथी साहिब के दफ्तर विच सिंह साहिबान नूं भी मिले। उन्हां दे नाल लैफ्टीनेंट जनरल सरदार रणजीत सिंह दयाल, कुलदीप सिंह बराड़ ते जमवाल भी सन। असीं उन्हां नूं जद भारती फौज दीआं जातियां ते जुल्मां दीआं रौंगटे खड़े करन वालियां कहानियां सुणाईयां तां इह सुण के श्री वैद्या ने बराड़ ते जमवाल नूं बहुत ताड़िया ਅਤੇ होर 23 जून वाले दिन प्रधानमंत्री श्रीमती इंदिरा गांधी श्री हरमंदर साहिब के दर्शनां हित आई। सुबह सानू सारे सिंह साहिबान नूं सुनेहा मिलिया कि पंजे सिंह साहिब श्री दरबार साहिब पुजो क्योंकि श्रीमती इंदिरा गांधी श्री हरमंदर साहिब के दर्शनां लई आ रही है। असीं 4 सिंह साहिब गुरु रामदास हस्पताल विच अपने दफ्तर पुजे। उत्थे श्रोमणी कमेटी के एक्टिंग प्रधान सरदार आत्मा सिंह ते श्रोमणी अकाली दल के एक्टिंग प्रधान सरदार उजागर सिंह सेखवां भी आ गए। असीं कुछ समा ज्ञानी साहिब सिंह जी नूं उडीकदे रहे। जद पता लगा कि वह श्री हरमंदर साहिब अंदर ड्यूटी ते हन ते साडा सुनेहा उन्हां नूं नहीं मिलिया तां असीं चौहां सिंह साहिबाना ने श्री दरबार साहिब उपर फौजी हमला करवाउण वाली जालम प्रधानमंत्री इंदिरा गांधी का मुकम्मल तौर पर बाईकाट करन दा फैसला कीता अते यह सुनेहा अंदर भेजिया जो जां तां ज्ञानी साहिब सिंह जी तक अपड़ ना सकिया ते जां फिर कुछ श्रोमणी कमेटी अते अकाली दल के अधिकारियों ते कर्मचारियों ने उन्हां नूं यह सलाह दित्ती कि तुसीं इंदिरा गांधी नूं फौजी हमले समय होए जुल्मां दी दास्तान खोल के सुणाओ ते होई तबाही ते बर्बादी विखाओ। इस करके उन्होंने इंदिरा गांधी दे श्री हरमंदर साहिब मत्था टेक के बाहर आउण समय बाहर नाल आके पहला CRP अते फौज वालों श्री दरबार साहिब की इमारत विच लगियां गोलियां दे निशान विखाए। फिर पुल ते खड़े होकर दर्शनी ड्योढ़ी च गोलियां नाल होए मघोरे दिखाए। सिंह साहिब ने कहा, तुहाडी फौज ने मुगलों तो वध जुल्म कीते हैं, तुहाडे पास सही रिपोर्टां नहीं पुजदियां। मुगल पठान तां विदेशी धाड़वी सन पर हुण तां साडे देश दे लोकां दी अपनी सरकार है। असीं इस देश दे शहरी हाँ, यह साडी अपनी फौज है। सिख कौम ने देश की आज़ादी लई अते पिछों इस नूं कायम रखण लई महान कुर्बानियां कीतियां हन। तुसीं इस बहादुर सिख कौम नाल दूजे दर्जे के शहरियां वाला सलूक किया है। जिहड़ी कौम हमेशा देश भगत अते वफादार रही है, तुसां उस नाल इन्ना माड़ा सलूक किया है कि सारी कौम के हिरदे छलनी हो गए हैं। सरसरी नज़र नाल तकियां इस विच कुछ भी गलत जां इतराजयोग नहीं लगता, परंतु बारीक बीनी नाल वेख्या जावे तां सिंह साहिबान दा यह कर्म अते अंदाज उन्हां दे उस दोषपूर्ण सिद्धांतक नज़रिए की सही तर्जमानी करदा सी जिस दे सदका वो ना तां दरबार साहिब उत्ते हमले की कार्रवाई तो पूर्वलियां घटनावां नूं सही परिपेख विच रख के वेख सके सन अते ना हमले तो बाद की स्थिति का सही अनुभव कर सके सन। ज्ञानी साहिब सिंह जेकर हमले तो बाद भी इंदिरा गांधी नूं शिकवे की सुर विच ओही गल्लां चितार रहे सन ਜਿਹੜੀਆਂ कि अकाली आगू 1947 तो लैके लगातार चितारते आ रहे सन ਅਤੇ जिन्हां नूं सुन सुन के संवेदनशील ते गैरतमंद सिख मन अकेमा महसूस करन लग पए सन तां साफ जाहिर हो जाता है कि सिंह साहिबान नूं हमले सदका सिख कौम के सन्मुख पैदा हुई एक असलों ही नवीं इतिहासक हालत ਅਤੇ सिख जनता की सोच ते जज्बिਆਂ अंदर आ चुके इनकलाब की कोई सुध नहीं सी। सिंह साहिबान की इस सिद्धांतक अयोगता ने उन्होंने कई मौकों पर सिख जज्बिਆਂ के वहण की उल्टी दिशा में लिजा खड़ा किया, जिस सदका अजिहे मौकों पर उन्होंने सिख जनता खास करके नौजवान वर्ग के तिखे विरोध ते रोह का सामना करना पिया। परंतु अपनी सिद्धांतक सोच ते दृष्टि दीआं सीमताइयां करके सिंह साहिबान इस हकीकत का सही विश्लेषण ते अनुभव ना कर सके। वह सिख नौजवान वर्ग के इस विरोध ते रोह नूं कांग्रेसी आगूआं की शह नाल शरारती अंसरां द्वारा की गई गड़बड़ का नाव दे के स्वै संतुष्टि हासिल करते रहे। इस नाल सिख कौम के काज ते संघर्ष का भारी नुकसान होया। इंदिरा गांधी के दरबार साहिब पुजण ते उसका बाईकाट करन बारे सिंह साहिबान द्वारा अध पचदे मन नाल कीता गया फैसला अपनी थावें गलत नहीं सी,
पर इस नालों अहम गल इंदिरा गांधी ਵੱਲੋਂ उस विशेष मौके श्री दरबार साहिब की फेरी उत्ते आउण पिछे काम करदे मनोरथ नूं बुझणा सी। ਗਿਆਨੀ कृपाल सिंह जी ਵੱਲੋਂ ਇਹ शब्द लिखने कि श्रीमती इंदिरा गांधी श्री हरमंदर साहिब के दर्शनां हित आई। इंदिरा गांधी की सिख दुश्मन फितरत ते दरबार साहिब की फेरी पिछे काम करदे उसदे गुੱਝੇ मनोभाव बारे अपनी अज्ञानता प्रगटाउणा सी। पंजाब उत्ते अंग्रेज़ां दे काबज़ हो जाण तो बाद गवर्नर जनरल लॉर्ड डलहौजी दे मन अंदर भी दरबार साहिब दे दर्शन करन दी उत्तेजना पैदा हुई सी। इस उत्तेजना का आधार श्री दरबार साहिब प्रति उसकी सच्ची शरधा नहीं सी, ਉਹ अपनी जित का डंका वजाउण आया सी। इस करके श्री हरमंदर साहिब के अंदर खड़ोतियां उसके मूँहों सुते सिद्ध ही यह हंकार ग्रसे शब्द निकल गए सन कि एक समा सी जद कोई अंग्रेज सिपाही अमृतसर दीयां गलियां विचों लंघण लग्गियां अपने आप नूं सुरक्षित महसूस नहीं सी करदा। पर हुण हालात इस कदर साडे पक्ष विच वट गए हैं कि गवर्नर जनरल गोल्डन टैंपल के सब नालों पवित्र अस्थान उत्ते खड़ा है अते ग्रंथी उसकी अरदल विच खड़े उसनूं सलामा कर रहे हैं। इस तो इंदिरा गांधी की इस फेरी पिछे काम करदी खोटी भावना का अनुमान लाउणा कोई मुश्किल नहीं रह जाता। ਉਹ श्री दरबार साहिब के दर्शनां नूं नहीं सी आई, लॉर्ड डलहौजी की तरह ही सिखां उत्ते अपनी जित का डंका वजाउण लई आई सी। सो अजिही हालत विच सिंह साहिब वल्लों इंदिरा गांधी कोल रोसे ते शिकवे प्रगट करने ना सिर्फ सोहज की दृष्टि तो अणउचित सन, सगों इस कर्म नाल सिंह साहिब ने कौम का गौरव भी घटाया। चाहिदा यह सी कि सिंह साहिब के समेत दरबार साहिब विखे मौजूद किसी भी कर्मचारी वालों इंदिरा गांधी नाल एक भी शब्द साझा ना किया जाता। उसनूं उलामे देण नालों नफरत भरी खामोशी नाल घायल करना ज़्यादा ठीक होना सी। परंतु सिंह साहिबान वालों विखाए गए सिद्धांतक कच पुणे ते खिलाकी दुर्बलता की यह कोई कली कलौतरी उदाहरण नहीं सी। यह गल्लां उन्हां दी समुची शख्सियत इखलाक ते तर्जे अमल का हिस्सा बणियां होईयां सन। पर इस दे बावजूद उस वेले सिख कौम का राजनीतिक ते मानसिक मिजाज कुछ अजिहा सी कि सिंह साहिबान ने जदों भी ते जिस हद तक भी सरकार विरोधी रुख अपनाया तो उन्होंने सिख पंथ वालों पुरजोश हुंगारा मिलिया। इस दे उल्ट जदों भी उन्होंने किसी कर्म विचों हकूमती दबाव अगे झुक जाण ते सिख सिद्धांतां ते रवायतां दी हेठी करन दे संकेत मिले तो उन्होंने फौरन सिख जनता के तिखे विरोध ते रोह का सामना करना पिया। फौरी मुद्दा भारती हाकमां सामने फौरी चिंता का मसला दरबार साहिब भवन समूह अंदरों अपने पापां दीयां निशानियां नूं मेस सुट्टना सी। उन्हां नूं डर सी कि फौज द्वारा तोपां दे गोलियां नाल खंडर बना दित्तियां गईयां इमारतां नूं वेख के सिख कौम अंदर रोस ते गुस्से की अग भड़क पवेगी, जिस उत्ते काबू पाउणा बेहद मुश्किल हो जाएगा। इस करके सरकार जिन्नी जल्दी हो सके अध ढठियां इमारतां की मुरम्मत कराउणा चाहुंदी सी। इस कारज की पूर्ति लई उसने अपने सारे साधन ते शक्तियां झोक दित्तियां सन। हिंदू हाकमां की सब नालों वड्डी चिंता खंडर बनिया श्री अकाल तख्त साहिब सी। सिख पंथ के कुछ वर्गां वल्लों सिंह साहिबान नूं मिल के जां पत्तरां राहीं यह सुझाव दिते जा रहे सी कि श्री अकाल तख्त साहिब की अध ढठी इमारत की मुरम्मत ना की जाए अते ना ही इस नूं ढा के इसकी नव उसारी की जाए। इस दे खंडरां नूं स्थाई तौर ते इसे अवस्था विच रहण दिता जाए तां जो फौजी एक्शन समय श्री अकाल तख्त साहिब का होया नुकसान ते अपमान साडे आउण वाले बच्चे ते बच्चियां वेख सकण। कुछ ज्ञानवान सिख सज्जणा ने विदेशों दीयां उदाहरणां दा हवाला दिंदे होए लिखिया सी कि दूजी वड्डी जंग तो बाद इंग्लैंड अते होर थावां ते बंबारी कारण बर्बाद होए गिरजियां नूं ज्यों दा त्यों ही संभाल के रखिया गया है तां जो आउण वालियां पीढ़ियां यह नुकसान वेख सकण। कई रोशन ख्याल सिख विद्वानां नूं भी दिली तौर ते यह विचार बहुत भाया सी। पंजाबी दे नामवर विद्वान ते आलोचक महरूम प्रोफैसर किशन सिंह अपने निजी घेरिਆਂ अंदर इस विचार की प्रौढ़ता हुलास भरे लहजे विच करिया करदे सन। पटियाले का एक फकीर फिलासफर जिसनूं 60वियां विच पटियाले की दार्शनिक भूत मंडली का गुरु करके जाणिया जांदा सी, अपणियां रातां दीयां बौद्धिक महफिलां अंदर इस विचार की अजिही दार्शनिक भूमिका बांधदा सी कि सुरतवान ਸਰੋਤਿਆਂ ਨੂੰ ਗਿਆਨ ਤੇ ਜਜ਼ਬਿਆਂ ਦੇ ਅਜਿਹੇ ਉਚੇਰੇ ਮੰਡਲ ਉੱਤੇ ਲੈ ਜਾਂਦਾ ਸੀ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੁੜ ਉਸਾਰੀ ਦਾ ਪ੍ਰੋਜੈਕਟ ਸਿੱਖ ਕੌਮ ਦੀ ਸਿਰਜਣਾ ਦੇ ਅਮਲ ਨਾਲ ਇੱਕਮਿਕ ਹੋਇਆ ਨਜ਼ਰ ਆਉਣ ਲੱਗਦਾ ਸੀ। ਉਹ ਇਸ ਪ੍ਰੋਜੈਕਟ ਦੇ ਸਦੀਆਂ ਵਿੱਚ ਪੂਰਾ ਹੋਣ ਦੀ ਕਲਪਨਾ ਕਰਦਾ ਸੀ, ਜਿਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਵਿੱਚ ਚਿਣੀਆਂ ਜਾਣ ਵਾਲੀਆਂ ਇੱਟਾਂ ਨੇ ਸਿੱਖ ਕੌਮ ਕੋਲੋਂ ਬਰਾਬਰ ਗਿਣਤੀ ਵਿੱਚ ਸ਼ਹਾਦਤਾਂ ਦੀ ਮੰਗ ਕਰਨੀ ਸੀ। खुले डुले ख्यालों वाले सिख विद्वान सरदार खुशवंत सिंह ने भी तत्ते घाओ इस विचार की बोचवें ढंगां नाल हमायत ते पबलिसिटी की सी। परंतु सरदार खुशवंत सिंह ते उस वर्गे होर पतवंते विद्वान इस विचार के समर्थक हुंदे होए भी इस दियां तर्कपूर्ण अर्थ संभावनावां ते उलझणां तो अणजाण नहीं सन।
ਉਹ ਜਾਣਦੇ ਸਨ ਕਿ ਭਾਰਤ ਦੇ ਹਾਕਮ ਅਜਿਹੀ ਗੱਲ ਨੂੰ ਕਿਸੇ ਵੀ ਸੂਰਤ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਇਸ ਨਾਲ ਸਿੱਖਾਂ ਅੰਦਰ ਕੌਮੀਅਤ ਦੀ ਚੇਤਨਾ ਤੇ ਭਾਵਨਾ ਪ੍ਰਚੰਡ ਹੋਵੇਗੀ, ਜਿਹੜੀ ਕਿ ਉਹਨਾਂ ਨੂੰ ਲਗਾਤਾਰ ਹਿੰਦੂ ਗਲਬੇ ਵਿਰੁੱਧ ਲੜਨ ਲਈ ਉਤੇਜਿਤ ਕਰੇਗੀ। ਸੋ ਅਜਿਹਾ ਪੈਂਤੜਾ ਲੈਣ ਦਾ ਮਤਲਬ ਭਾਰਤ ਦੇ ਹਿੰਦੂ ਹਾਕਮਾਂ ਨਾਲ ਸਿੱਖਾਂ ਦੇ ਰਿਸ਼ਤੇ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰਨਾ, ਅਰਥਾਤ ਉਹਨਾਂ ਨਾਲੋਂ ਉਸੇ ਤਰ੍ਹਾਂ ਨਿਖੇੜੇ ਦੀ ਪੱਕੀ ਲਕੀਰ ਖਿੱਚਣਾ ਸੀ ਜਿਸ ਤਰ੍ਹਾਂ ਕਿ 18ਵੀਂ ਸਦੀ ਵਿੱਚ ਮੁਗਲ ਹਾਕਮਾਂ ਨਾਲੋਂ ਖਿੱਚੀ ਗਈ ਸੀ। ਇੰਦਰਾ ਗਾਂਧੀ ਨੇ 25 ਜੁਲਾਈ ਨੂੰ ਲੋਕ ਸਭਾ ਅੰਦਰ ਬਹਿਸ ਵਿੱਚ ਹਿੱਸਾ ਲੈਂਦਿਆਂ ਇਸ ਮਸਲੇ ਪ੍ਰਤੀ ਆਪਣੀ ਤੇ ਕੇਂਦਰ ਸਰਕਾਰ ਦੀ ਨੀਤੀ ਸਪਸ਼ਟ ਕਰ ਦਿੱਤੀ ਸੀ। ਉਸਨੇ ਕਿਹਾ, ਸਾਨੂੰ ਇਹ ਸੂਚਨਾ ਮਿਲੀ ਸੀ ਕਿ ਅਕਾਲ ਤਖਤ ਦੀ ਮੁਰੰਮਤ ਨਹੀਂ ਸੀ ਕਰਨਾ ਚਾਹੁੰਦੇ। ਉਹ ਇਸ ਨੂੰ ਭਵਿੱਖ ਲਈ ਇੱਕ ਯਾਦ ਨਿਸ਼ਾਨੀ ਵਜੋਂ ਕਾਇਮ ਰੱਖਣਾ ਚਾਹੁੰਦੇ ਹਨ। ਮਾਣਯੋਗ ਮੈਂਬਰ ਇਹ ਗੱਲ ਭਲੀ ਭਾਂਤ ਸਮਝ ਸਕਦੇ ਹਨ ਕਿ ਜੇਕਰ ਇਸ ਨੂੰ ਮੌਜੂਦਾ ਅਵਸਥਾ 'ਚ ਕਾਇਮ ਰੱਖਿਆ ਜਾਂਦਾ ਹੈ ਤਾਂ ਕੀ ਇਸ ਨਾਲ ਦਿਨ ਬ ਦਿਨ ਕੜਵਾਹਟ ਨਹੀਂ ਵਧੇਗੀ। ਇਹ ਪੰਗੇ ਵਾਲੀ ਗੱਲ ਹੈ। ਇਸ ਕਰਕੇ ਅਸਾਂ ਇਹ ਮਹਿਸੂਸ ਕੀਤਾ ਕਿ ਜੇਕਰ ਇੱਕ ਵਰਗ ਇਹ ਕੰਮ ਅਕਾਲ ਤਖਤ ਦੀ ਮੁਰੰਮਤ ਕਰਨ ਲਈ ਰਾਜੀ ਨਹੀਂ ਹੈ ਤਾਂ ਇਹ ਕਿਸੇ ਹੋਰ ਨੂੰ ਕਰਨਾ ਚਾਹੀਦਾ ਹੈ। ਮੈਂ ਨਿਝੱਕ ਐਲਾਨ ਕਰਦੀ ਹਾਂ ਕਿ ਜੇਕਰ ਹੋਰ ਕੋਈ ਵੀ ਨਹੀਂ ਕਰਦਾ ਤਾਂ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ, ਪਰ ਇਹ ਹਰ ਸੂਰਤ ਹੋਣਾ ਚਾਹੀਦਾ। ਇੰਦਰਾ ਗਾਂਧੀ ਨੇ ਇੱਥੇ ਅਕਾਲੀਆਂ ਦਾ ਨਾਂ ਤਾਂ ਖਾਮਖਾਹ ਅਕਾਲੀ ਦੁਸ਼ਮਣੀ ਚੋਂ ਹੀ ਜਾਂ ਆਪਣੇ ਅਮਲਾਂ ਨੂੰ ਵਾਜਬ ਠਹਿਰਾਉਣ ਦੀ ਸਹੂਲਤ ਵਜੋਂ ਲੈ ਦਿੱਤਾ ਸੀ। ਅਕਾਲੀ ਲੀਡਰਸ਼ਿਪ ਦਾ ਕੋਈ ਵੀ ਵਰਗ ਐਡਾ ਪੰਗਾ ਲੈਣ ਦੀ ਜੁਰਤ ਨਹੀਂ ਸੀ ਰੱਖਦਾ। ਉਹਨਾਂ ਦਾ ਸਿਧਾਂਤਕ ਚੌਕਟਾ ਇਸ ਦੀ ਇਜਾਜ਼ਤ ਨਹੀਂ ਦਿੰਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਆਤਮਾ ਸਿੰਘ ਨੇ 15 ਜੂਨ ਨੂੰ ਕਪੂਰਥਲਾ ਦੀ ਜੇਲ੍ਹ ਵਿੱਚੋਂ ਇੱਕ ਲਿਖਤੀ ਸੰਦੇਸ਼ ਭੇਜ ਕੇ ਸਿੰਘ ਸਾਹਿਬਾਨ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੁਰੰਮਤ ਜਾਂ ਦੁਬਾਰਾ ਉਸਾਰੀ ਸੰਬੰਧੀ ਕੋਈ ਯੋਗ ਤੇ ਢੁਕਵਾਂ ਫੈਸਲਾ ਕਰਨ। ਪੰਜ ਸਿੰਘ ਸਾਹਿਬਾਨ ਨੇ ਇਸ ਅਪੀਲ ਤੇ ਅਮਲ ਕਰਦੇ ਹੋਏ 17 ਜੂਨ ਨੂੰ ਆਪਣੀ ਇੱਕ ਅਹਿਮ ਮੀਟਿੰਗ ਕਰਕੇ ਸਰਬਸੰਮਤੀ ਨਾਲ ਇਹ ਨਿਰਣਾ ਕਰ ਲਿਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮੌਜੂਦਾ ਇਮਾਰਤ ਜੋ ਕੁਝ ਫੌਜੀ ਐਕਸ਼ਨ ਨਾਲ ਢਹਿ ਗਈ ਹੈ ਤੇ ਬਾਕੀ ਖਸਤਾ ਹੋ ਗਈ ਹੈ, ਇਸ ਲਈ ਇਸ ਨੂੰ ਨਵੇਂ ਸਿਰੇ ਤੋਂ ਉਸਾਰਿਆ ਜਾਵੇ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਢੱਠੀ ਹੋਈ ਇਮਾਰਤ ਨੂੰ ਉਸੇ ਦਸ਼ਾ ਵਿੱਚ ਸੰਭਾਲ ਕੇ ਰੱਖਣ ਦੀ ਤਜਵੀਜ਼ ਅਕਾਲੀ ਆਗੂਆਂ ਦੇ ਕਿਤੇ ਵੀ ਵਿਚਾਰ ਅਧੀਨ ਨਹੀਂ ਸੀ। ਸਿੰਘ ਸਾਹਿਬਾਨ ਪਾਸ ਕੁਝ ਸਿੱਖ ਵਰਗਾਂ ਵੱਲੋਂ ਇਸ ਆਸ਼ੇ ਦੇ ਜੋ ਸੁਝਾਅ ਪਹੁੰਚੇ ਸਨ ਉਹ ਉਹਨਾਂ ਉਸੇ ਵੇਲੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ ਸਨ। ਇਹ ਕੋਈ ਅਚਰਜ ਗੱਲ ਨਹੀਂ ਸੀ। ਕੋਈ ਅਜਿਹੀ ਕੌਮ ਹੀ ਹਮਲਾਵਰਾਂ ਜਾਂ ਜਰਵਾਣਿਆਂ ਦੇ ਜ਼ੁਲਮਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਦਾ ਜੋਖਮ ਉਠਾ ਸਕਦੀ ਹੈ ਜਿਸ ਦੇ ਕੋਲ ਜਾਂ ਤਾਂ ਆਪਣੀ ਸਟੇਟ ਹੋਵੇ ਜਿਵੇਂ ਇੰਗਲੈਂਡ ਤੇ ਯੂਰਪ ਦੇ ਹੋਰਨਾਂ ਮੁਲਕਾਂ ਨੇ ਕੀਤਾ ਸੀ, ਅਤੇ ਜਾਂ ਜਿਸ ਅੰਦਰ ਗੈਰਾਂ ਦੇ ਗਲਬੇ ਤੋਂ ਆਜ਼ਾਦ ਹੋਣ ਦੀ ਤੀਬਰ ਆਰਜ਼ੂ ਅਤੇ ਜੋਸ਼ ਹੋਵੇ ਜਿਵੇਂ ਬਰਤਾਨਵੀ ਬਸਤੀਵਾਦ ਵਿਰੁੱਧ ਆਜ਼ਾਦੀ ਦੀ ਜੱਦੋਜਹਿਦ ਦੇ ਦੌਰਾਨ ਭਾਰਤੀ ਰਾਸ਼ਟਰਵਾਦੀਆਂ ਨੇ ਜਲਿਆਂਵਾਲੇ ਬਾਗ ਦੇ ਮਾਮਲੇ ਵਿੱਚ ਕੀਤਾ ਸੀ। ਸਿੱਖ ਕੌਮ ਇਹਨਾਂ ਦੋਨਾਂ ਹੀ ਪੱਖਾਂ ਤੋਂ ਘਾਟੇਬੰਦੀ ਹਾਲਤ ਵਿੱਚ ਸੀ, ਜਿਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਘਾਇਲ ਅਵਸਥਾ ਵਿੱਚ ਸੰਭਾਲ ਕੇ ਰੱਖਣਾ ਤਾਂ ਦੂਰ ਰਿਹਾ, ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਕੋਈ ਵੀ ਯਾਦ ਨਿਸ਼ਾਨੀ, ਨਾ ਗੋਲੀਆਂ ਤੇ ਗੋਲੀਆਂ ਦੇ ਨਿਸ਼ਾਨ, ਨਾ ਅੱਗ ਨਾਲ ਲੁਹੀਆਂ ਵਸਤਾਂ, ਸ਼ਕਲੋਂ ਬੇਸ਼ਕਲ ਹੋਏ ਪੱਖੇ, ਕਮਰਿਆਂ ਦੀਆਂ ਧੁਆਖੀਆਂ ਚੁਗਾਠਾਂ ਤੇ ਲੋਹੇ ਦੀਆਂ ਅੱਧ ਪਿਘਲੀਆਂ ਅਲਮਾਰੀਆਂ ਆਦਿ, ਅਤੇ ਨਾ ਫੌਜੀ ਦਰਿੰਦਗੀ ਦਾ ਸ਼ਿਕਾਰ ਹੋਏ ਸਿੰਘਾਂ ਤੇ ਸਿੰਘਣੀਆਂ ਦੇ ਲਹੂ ਭਿੱਜੇ ਬਸਤਰ, ਜੋੜੇ, ਚੱਪਲਾਂ ਤੇ ਚੂੜੀਆਂ ਆਦਿ। ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ 3 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਲਾਨ ਕੀਤਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਉੱਤੇ 1 ਜੂਨ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਜਾਣਗੇ ਕਿਉਂਕਿ ਇਹ ਇਤਿਹਾਸ ਦਾ ਹਿੱਸਾ ਹਨ। ਉਸ ਤੋਂ ਪਿੱਛੋਂ 11 ਸਤੰਬਰ 1999 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਕਾਇਮ ਰੱਖਣ ਦਾ ਫੈਸਲਾ ਕੀਤਾ ਸੀ, ਪਰ ਇਹ ਐਲਾਨ ਤੇ ਫੈਸਲੇ ਕਾਗਜ਼ਾਂ ਵਿੱਚ ਹੀ ਪਏ ਰਹਿ ਗਏ ਅਤੇ ਇਹ ਫੈਸਲੇ ਕਰਨ ਵਾਲਿਆਂ ਨੇ ਖੁਦ ਆਪ ਹੀ ਹਿੰਦੂ ਹਾਕਮਾਂ ਦੀ ਨਾਦਰਸ਼ਾਹੀ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਇੱਕ-ਇੱਕ ਕਰਕੇ ਮੇਟ ਦਿੱਤਾ। ਕਾਰਨ ਇਸ ਦਾ ਇਹ ਕਿ ਇਹ ਐਲਾਨ ਤੇ ਫੈਸਲੇ ਕਰਨ ਵਾਲਿਆਂ ਅੰਦਰ ਇਸ ਇਤਿਹਾਸ ਨੂੰ ਸੰਭਾਲਣ ਦੀ ਨਾ ਰੁਚੀ ਸੀ, ਨਾ ਦਮ ਸੀ ਅਤੇ ਨਾ ਹੀ ਹੋਸ਼ ਸੀ। ਇਸ ਦੀ ਪੁਸ਼ਟੀ ਹੇਠ ਦਿੱਤੇ ਇੱਕ ਦ੍ਰਿਸ਼ਟਾਂਤ ਤੋਂ ਹੋ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੁਆਰਾ ਭੇਟ ਕੀਤੀ ਕੀਮਤੀ ਤੇ ਇਤਿਹਾਸਕ ਚਾਨਣੀ, ਜਿਸ ਦੇ ਕੀਮਤੀ ਕੱਪੜੇ ਉੱਪਰ ਮੋਤੀ, ਸਬਜ਼ੇ, ਨੀਲਮ, ਹੀਰੇ ਜਵਾਹਰਾਤ ਜੜੇ ਹੋਏ ਸਨ ਅਤੇ ਜਿਸ ਨੂੰ ਤੋਸ਼ੇਖਾਨੇ ਵਿੱਚ ਸ਼ੀਸ਼ੇ ਦੇ ਬਕਸੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਸੀ, ਫੌਜੀ ਕਾਰਵਾਈ ਦੌਰਾਨ ਸੜ ਕੇ ਸੁਆਹ ਹੋ ਗਈ ਸੀ। ਫੌਜ ਨੇ ਇਸ ਸੁਆਹ ਨੂੰ ਬੋਰਿਆਂ ਵਿੱਚ ਪਾ ਕੇ ਸੀਲਬੰਦ ਕਰਕੇ ਆਪਣੇ ਕਿਸੇ ਸੁਰੱਖਿਅਤ ਟਿਕਾਣੇ ਤੇ ਰੱਖ ਦਿੱਤਾ ਸੀ।
4 ਮਹੀਨਿਆਂ ਬਾਅਦ ਜਦ ਦਰਬਾਰ ਸਾਹਿਬ ਕੰਪਲੈਕਸ ਦਾ ਕੰਟਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਸੌਂਪਿਆ ਗਿਆ ਤਾਂ ਫੌਜੀ ਅਫਸਰਾਂ ਨੇ ਇਤਿਹਾਸਕ ਚਾਨਣੀ ਦੀ ਸੁਆਹ ਨਾਲ ਭਰੇ ਹੋਏ ਬੋਰੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਸਪੁਰਦ ਕਰਨੇ ਚਾਹੇ ਸਨ। ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸਮਝ ਨਹੀਂ ਸੀ ਪੈ ਰਹੀ ਕਿ ਉਹ ਇਸ ਸੁਆਹ ਦਾ ਕੀ ਕਰਨ। ਇਸ ਵਿਸ਼ੇ ਤੇ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੋਂ ਇਲਾਵਾ ਜਿਸ ਵਿੱਚ ਸਾਰੇ ਸਿੰਘ ਸਾਹਿਬਾਨ, ਫੌਜੀ ਅਫਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰੋਫੈਸਰ ਮਦਨਜੀਤ ਕੌਰ, ਜਿਸ ਨੇ ਹਰਿਮੰਦਰ ਸਾਹਿਬ ਬਾਰੇ ਕਾਫੀ ਖੋਜ ਦਾ ਕੰਮ ਕੀਤਾ ਹੈ, ਨੂੰ ਇਸ ਵਿਸ਼ੇ ਬਾਰੇ ਮਾਹਰ ਦੀ ਹੈਸੀਅਤ ਵਿੱਚ ਮੀਟਿੰਗ 'ਚ ਉਚੇਚੇ ਤੌਰ ਤੇ ਬੁਲਾਇਆ ਗਿਆ ਸੀ। ਇਸ ਤੋਂ ਅੱਗੇ ਜੋ ਹੋਇਆ ਉਸ ਦਾ ਵਰਣਨ ਖੁਦ ਪ੍ਰੋਫੈਸਰ ਮਦਨਜੀਤ ਕੌਰ ਜੀ ਦੇ ਮੂੰਹੋਂ ਸੁਣੋ। ਮੀਟਿੰਗ ਵਿੱਚ ਲੰਮਾ ਚਿਰ ਬਹਿਸ ਹੁੰਦੀ ਰਹੀ, ਕੋਈ ਵੀ ਸਹਿਮਤੀ ਨਾ ਹੋ ਸਕੀ। ਮੈਂ ਸੁਝਾਅ ਦਿੱਤਾ ਕਿ ਬੋਰਿਆਂ ਨੂੰ ਬਿਨਾਂ ਖੋਲ੍ਹੇ ਉਸੇ ਤਰ੍ਹਾਂ ਸੀਲਬੰਦ ਦਸ਼ਾ ਵਿੱਚ ਹੀ ਵਾਪਸ ਫੌਜ ਦੇ ਹਵਾਲੇ ਕਰ ਦਿੱਤਾ ਜਾਵੇ। ਮੈਂ ਕਿਹਾ, ਚਾਨਣੀ ਹੁਣ ਆਪਣੇ ਮੌਲਿਕ ਸਰੂਪ ਵਿੱਚ ਤਾਂ ਰਹੀ ਨਹੀਂ ਅਤੇ ਨਸ਼ਟ ਹੋ ਜਾਣ ਨਾਲ ਇਸ ਦੀ ਇਤਿਹਾਸਕ ਪੁਰਾਤਨਤਾ ਵੀ ਜਾਂਦੀ ਰਹੀ ਹੈ। ਨਾਲ ਹੀ ਸਿੱਖਾਂ ਦੇ ਲਈ ਇਹ ਕੋਈ ਪਵਿੱਤਰ ਯਾਦ ਵਸਤੂ ਤਾਂ ਹੈ ਨਹੀਂ ਸੀ। ਇਹ ਹੈਦਰਾਬਾਦ ਦੇ ਨਿਜ਼ਾਮ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਬਖਸ਼ਿਆ ਮਹਿਜ਼ ਇੱਕ ਕੀਮਤੀ ਤੋਹਫਾ ਸੀ। ਮੇਰੇ ਵੱਲੋਂ ਇਹ ਸੁਝਾਅ ਵੀ ਦਿੱਤਾ ਗਿਆ ਕਿ ਚਾਨਣੀ ਦੀ ਬਚੀ ਹੋਈ ਸੁਆਹ ਹੁਣ ਸਾਡੇ ਕਿਸੇ ਮਤਲਬ ਦੀ ਨਹੀਂ ਰਹੀ, ਇਸ ਕਰਕੇ ਇਸ ਨੂੰ ਇਸੇ ਤਰ੍ਹਾਂ ਵਾਪਸ ਕਰ ਦਿੱਤਾ ਜਾਵੇ ਅਤੇ ਇਸ ਵਿੱਚ ਵਰਤੀ ਗਈ ਸਮੱਗਰੀ ਤੇ ਇਸ ਦੀ ਇਤਿਹਾਸਕ ਕੀਮਤ ਦਾ ਮਾਇਕ ਮੁਆਵਜ਼ਾ ਮੰਗ ਲਿਆ ਜਾਵੇ। ਹੈਦਰਾਬਾਦ ਦੇ ਜਵਾਰੀਆਂ ਤੇ ਆਰਕਾਈਵਜ਼ ਦੇ ਮਾਹਰਾਂ ਦੇ ਸਹਿਯੋਗ ਨਾਲ ਸੜੀ ਹੋਈ ਚਾਨਣੀ ਦਾ ਮੁੱਲ ਪਵਾਇਆ ਜਾ ਸਕਦਾ ਸੀ। ਮੇਰੇ ਇਸ ਸੁਝਾਅ ਤੇ ਦਲੀਲਾਂ ਤੋਂ ਕਾਇਲ ਹੁੰਦਿਆਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਫੌਜ ਕੋਲੋਂ ਸੁਆਹ ਦੇ ਭਰੇ ਬੋਰੇ ਲੈਣ ਤੋਂ ਠੋਕਵਾਂ ਇਨਕਾਰ ਕਰ ਦਿੱਤਾ। ਪਰੰਤੂ ਸਾਕਾ ਨੀਲਾ ਤਾਰਾ ਨੂੰ ਵਾਪਰਿਆਂ 2 ਦਹਾਕੇ ਗੁਜ਼ਰ ਜਾਣ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਾਰ-ਬਾਰ ਮੰਗ ਕਰਨ ਦੇ ਬਾਵਜੂਦ ਇਸ ਮੁਆਵਜ਼ੇ ਬਾਰੇ ਅਜੇ ਤੱਕ ਕੋਈ ਵੀ ਨਿਰਣਾ ਨਹੀਂ ਹੋ ਸਕਿਆ। ਜਿੱਥੇ ਕੌਮ ਦੇ ਰਾਜਨੀਤਿਕ, ਧਾਰਮਿਕ ਤੇ ਬੌਧਿਕ ਨੁਮਾਇੰਦਿਆਂ ਦੀ ਕੌਮੀ ਸੋਝ ਤੇ ਗੈਰਤ ਇੰਨੀ ਗਈ ਗੁਜ਼ਰੀ ਹੋਵੇ ਕਿ ਹਮਲੇ ਦੌਰਾਨ ਨਸ਼ਟ ਹੋਈ ਇਤਿਹਾਸਕ ਚਾਨਣੀ ਦੀ ਸੁਆਹ ਉਹਨਾਂ ਨੂੰ ਬੇਮਤਲਬ ਜਾਪਣ ਲੱਗ ਪਵੇ ਅਤੇ ਇਸ ਨੂੰ ਭਾਰਤੀ ਹਾਕਮਾਂ ਦੇ ਜ਼ੁਲਮਾਂ ਦੇ ਸਦੀਵੀ ਚਿੰਨ੍ਹ ਵਜੋਂ ਸ਼ੀਸ਼ੇ ਦੇ ਬਕਸੇ ਵਿੱਚ ਸੰਭਾਲ ਕੇ ਰੱਖਣ ਨਾਲੋਂ ਉਹਨਾਂ ਅੰਦਰ ਇਸ ਦਾ ਮਾਇਕ ਮੁਆਵਜ਼ਾ ਵਸੂਲਣ ਦੀ ਵਪਾਰਕ ਦਲੀਲ ਭਾਰੂ ਹੋ ਜਾਵੇ। ਉੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਦੀਵੀ ਤੌਰ ਤੇ ਘਾਇਲ ਅਵਸਥਾ ਵਿੱਚ ਸੰਭਾਲ ਕੇ ਰੱਖਣ ਦੀ ਗੱਲ ਕਿਵੇਂ ਸੋਚੀ ਜਾ ਸਕਦੀ ਸੀ। ਜੇਕਰ ਪ੍ਰੋਫੈਸਰ ਮਦਨਜੀਤ ਕੌਰ, ਜਿਸ ਨੇ ਸ਼੍ਰੀ ਦਰਬਾਰ ਸਾਹਿਬ ਦੇ ਇਤਿਹਾਸ ਬਾਰੇ ਡੂੰਘੀ ਲਗਨ ਤੇ ਸ਼ਰਧਾ ਨਾਲ ਖੋਜ ਕਾਰਜ ਕੀਤਾ ਹੈ, ਨੂੰ ਵੀ ਇੰਨੀ ਗੱਲ ਦੀ ਸਮਝ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦ ਸ਼੍ਰੀ ਦਰਬਾਰ ਸਾਹਿਬ ਪ੍ਰਤੀ ਆਪਣੀ ਡੂੰਘੀ ਤੇ ਸੱਚੀ ਸ਼ਰਧਾ ਚੋਂ ਇਹ ਚਾਨਣੀ ਗੁਰੂ ਨੂੰ ਭੇਟ ਕਰ ਦਿੱਤੀ ਸੀ ਤਾਂ ਇਹ ਮਹਿਜ਼ ਇੱਕ ਕੀਮਤੀ ਤੋਹਫਾ ਨਹੀਂ ਸੀ ਰਿਹਾ। ਇਹ ਸਿੱਖਾਂ ਲਈ ਇੱਕ ਅਨਮੋਲ ਅਮਾਨਤ ਬਣ ਗਈ ਸੀ। ਹਮਲੇ ਦੌਰਾਨ ਨਸ਼ਟ ਹੋ ਜਾਣ ਤੋਂ ਬਾਅਦ ਇਸ ਦੀ ਇਤਿਹਾਸਕ ਪੁਰਾਤਨਤਾ ਭਲੇ ਹੀ ਨੁਕਸਾਨੀ ਗਈ ਸੀ, ਪਰੰਤੂ ਇਹ ਹਮਲਾ ਕੋਈ ਕੁਦਰਤੀ ਹਾਦਸਾ ਨਹੀਂ ਸੀ। ਇਹ ਹਮਲਾ ਸਿੱਖਾਂ ਦੇ ਹੋਣੀਆਂ ਭਰੇ ਇਤਿਹਾਸ ਦਾ ਹਿੱਸਾ ਬਣ ਗਿਆ ਸੀ। ਇਸ ਕਰਕੇ ਇਸ ਹਮਲੇ ਦੌਰਾਨ ਨਸ਼ਟ ਹੋਈਆਂ ਪਵਿੱਤਰ ਯਾਦ ਵਸਤੂਆਂ ਦੀ ਇਤਿਹਾਸਕ ਅਹਿਮੀਅਤ ਦੂਣੀ ਹੋ ਗਈ ਸੀ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 205 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।